ਆਦਿ ਗੁਰੇ ਨਮः ਜੁਗਾਦ ਗੁਰੇ ਨਮः ਸਤ ਗੁਰੇ ਨਮः ਸ੍ਰੀ ਗੁਰਦੇਵੇ ਨਮः। ਜਾਹਰ ਪੀਰ ਜਗਤ ਗੁਰ ਬਾਬਾ ਗੁਰੂ ਨਾਨਕ ਸਾਹਿਬ ਦੀਆਂ ਸੰਗਤਾਂ ਦੇ ਚਰਨਾਂ ਦੀ ਧੂੜ, ਦਾਸ ਤੁਹਾਡਾ ਆਪਣਾ ਮਾਂ ਦੇਸਾ ਨੰਦਨ ਜਸਵੀਰ ਸਿੰਘ, ਮੁੱਖ ਸੇਵਾਦਾਰ ਗੁਰਦੁਆਰਾ ਬੁਰਜ ਸਾਹਿਬ ਮਾਈ ਦੇਸਾਂ ਪਾਤਸ਼ਾਹੀ 10ਵੀਂ, ਪਿੰਡ ਚੱਕ ਫਤਿਹ ਸਿੰਘ ਵਾਲਾ, ਨੇੜੇ ਭੁੱਚੋ ਮੰਡੀ, ਜ਼ਿਲ੍ਹਾ ਬਠਿੰਡਾ, ਦੇਸ਼ ਪੰਜਾਬ। ਇਹ ਪਾਵਨ ਪਵਿੱਤਰ ਸਥਾਨ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਪਾਤਸ਼ਾਹ ਦੇ ਪ੍ਰੇਮ ਦੀ ਨਿਸ਼ਾਨੀ, ਜੋ ਸਤਿਗੁਰਾਂ ਨੇ ਬਖਸ਼ਿਸ਼ ਕੀਤਾ ਹੈ ਕਿ ਸਾਚ ਕਹੂੰ ਸੁਣ ਲੇਹੋ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਬਰਾਗਣ ਰੂਹ ਧੰਨ ਧੰਨ ਬ੍ਰਹਮ ਗਿਆਨੀ ਮਾਈ ਦੇਸਾਂ, ਜੋ ਹਰ ਵੇਲੇ ਇੱਕ ਅਰਦਾਸ, ਇੱਕ ਜੋਦੜੀ ਕਰਦੇ ਸੀ, ਮੇਰੇ ਵਾਜਾਂ ਵਾਲੇ ਬਾਪੂ ਕਿਰਪਾ ਕਰਿਓ, ਮੇਰੇ ਨਿਮਾਣੀ ਦੇ ਘਰ ਚਰਨ ਜ਼ਰੂਰ ਪਾਇਓ, ਆਇਓ ਜ਼ਰੂਰ। ਆਪਣੇ ਪੁੱਤਰਾਂ ਦੀ, ਆਪਣੀਆਂ ਧੀਆਂ ਦੀ, ਕਲਗੀਆਂ ਵਾਲੇ ਪਾਤਸ਼ਾਹ ਜ਼ਰੂਰ ਸੁਣਦੇ ਆ। ਸਿਰਫ ਹੋਣਾ ਚਾਹੀਦਾ ਤਾਂ ਇੱਕ ਭਾਵ। ਕਈ ਵਾਰ ਕੁਛ ਜੀਵਾਂ ਨੂੰ ਝੋਰਾ ਹੋ ਜਾਂਦਾ ਚਿੱਤ ਨੂੰ ਕਿ ਬਹੁਤੇ ਪੜ੍ਹੇ ਲਿਖੇ ਨਹੀਂ ਹਾਂ, ਬਹੁਤਾ ਗਿਆਨ ਨਹੀਂ ਹੈ, ਸਾਨੂੰ ਤਾਂ ਬਹੁਤਾ ਪਤਾ ਨਹੀਂ ਹੈ। ਕੋਈ ਫਿਕਰ ਕਰਨ ਦੀ ਲੋੜ ਨਹੀਂ। ਸਤਿਗੁਰਾਂ ਦੀ ਬਾਣੀ ਕਹਿੰਦੀ ਹੈ, ਜੋ ਪ੍ਰਾਣੀ ਗੋਬਿੰਦ ਧਿਆਵੈ, ਪੜ੍ਹਿਆ ਅਣਪੜ੍ਹਿਆ ਪਰਮਗਤ ਪਾਵੈ। ਗੱਲ ਸਾਰੀ ਧਿਆਨ ਦੀ ਹੈ, ਗੱਲ ਸਾਰੀ ਭਾਵਨਾਵਾਂ ਦੀ ਹੈ। ਤੁਹਾਡਾ ਭਾਵ ਤੁਹਾਨੂੰ ਜਦੋਂ ਸਾਖਸ਼ਾਤ ਦਿਸਣਾ ਸ਼ੁਰੂ ਹੋ ਜਾਂਦਾ ਹੈ, ਤੁਹਾਡਾ ਪਵਨ ਗੁਰੂ, ਤੁਹਾਡਾ ਸਵਾਸ ਜਦੋਂ ਤੁਹਾਨੂੰ ਸਾਖਸ਼ਾਤ ਮਹਿਸੂਸ ਹੋਣਾ ਸ਼ੁਰੂ ਹੋ ਜਾਂਦਾ, ਗੱਲ ਬਣਨੀ ਸ਼ੁਰੂ ਹੋ ਜਾਂਦੀ ਹੈ। ਸਤਿਗੁਰੂ ਰਹਿਮਤ ਕਰਦੇ ਆ, ਕਿਰਪਾ ਕਰਦੇ ਆ। ਇੱਥੇ ਬੜੀਆਂ ਰਹਿਮਤਾਂ ਕੀਤੀਆਂ, ਬੜੀਆਂ ਕਿਰਪਾ ਕੀਤੀਆਂ। ਜੋ ਬ੍ਰਹਮ ਗਿਆਨ ਦੀਆਂ ਦਾਤਾਂ ਪਾਤਸ਼ਾਹ ਨੇ ਮਾਤਾ ਜੀ ਨੂੰ ਬਖਸ਼ਿਸ਼ ਕੀਤੀਆਂ, ਜੋ ਸੂਤਰ ਦਿੱਤੇ, ਜੋ ਬੀਜ ਮੰਤਰ ਮਾਤਾ ਜੀ ਨੂੰ ਦੇ ਕੇ ਗਏ, ਇਹਨਾਂ 50 ਸਾਲਾਂ ਦੀ ਸੇਵਾ ਦੌਰਾਨ ਸਿਮਰਨ ਕਰਦਿਆਂ ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਦਿਆਂ, ਮੰਨਣ ਕਰਦਿਆਂ, ਜੋ ਜੋ ਝੋਲੀ ਪਿਆ, ਜੋ ਸਤਿਪੁਰਸ਼ਾਂ ਦੀਆਂ ਜੀਵਨੀਆਂ ਪੜ੍ਹਦਿਆਂ ਮਾਤਾ ਜੀ ਨੇ ਬਖਸ਼ਿਸ਼ਾਂ ਕੀਤੀਆਂ, ਉਹਨੂੰ ਵਰਤਾਉਣ ਦਾ ਹੁਕਮ ਹੋਇਆ ਹੈ। ਕਿਰਪਾ ਕੀਤੀ ਮਾਂ ਨੇ ਕਿ ਜੋ ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਦੇ ਦਰ ਤੋਂ ਹੁਕਮਨਾਮਾ ਸਾਹਿਬ ਆਉਂਦਾ ਹੈ, ਉਸ ਦੀ ਵਿਆਖਿਆ ਕਰਦਿਆਂ ਹੋਇਆਂ ਕੋਸ਼ਿਸ਼ ਕਰੋ ਉਹ ਦੱਸਣ ਦੀ ਜੋ ਅਸੀਂ ਤੁਹਾਨੂੰ ਦੇ ਰਹੇ ਹਾਂ, ਦੱਸ ਰਹੇ ਹਾਂ। ਸਾਡੀ ਵੀ ਪੂਰੀ ਪੂਰੀ ਕੋਸ਼ਿਸ਼ ਹੈ ਕਿ ਜੋ ਪਾਤਸ਼ਾਹ ਨੇ ਬਖਸ਼ਿਸ਼ ਕੀਤਾ ਹੈ ਅਤੇ ਜਿਹੜਾ ਸਾਨੂੰ ਸਾਫ਼ ਦਿਸਦਾ, ਪਤਾ ਲੱਗਦਾ ਕਿ ਪਾਤਸ਼ਾਹ ਦੇ ਜਾਣ ਤੋਂ ਬਾਅਦ ਕਿੱਡਾ ਵੱਡਾ ਰੌਲਾ ਪੈ ਚੁੱਕਿਆ। 100 200 ਸਾਲ ਬਾਅਦ ਲਿਖੀਆਂ ਕਿਤਾਬਾਂ ਮੋਢੀ ਬਣੀਆਂ ਬੈਠੀਆਂ, ਉਹਨਾਂ 'ਚ ਲਿਖੇ ਸੂਤਰ ਚੱਲ ਰਹੇ ਆ। ਸਤਿਗੁਰਾਂ ਦੀ ਬਾਣੀ, ਸਤਿਗੁਰਾਂ ਦੇ ਦਿੱਤੇ ਮੰਤਰ ਬਹੁਤ ਪਛਾਣ ਦਿਸਦੇ ਆ। ਬੜਾ ਕੁਛ ਐਸਾ ਜਿਹੜਾ ਮੇਲ ਨਹੀਂ ਖਾਂਦਾ, ਨਾ ਗੁਰੂ ਗ੍ਰੰਥ ਸਾਹਿਬ ਨਾਲ, ਨਾ ਸਤਿਗੁਰਾਂ ਦੇ ਜੀਵਨ ਨਾਲ। ਅਸੀਂ ਸਤਿਗੁਰਾਂ ਤੋਂ ਸੇਧ ਲੈਣੀ ਆ। ਸਾਡੇ ਕੋਲ ਇੱਕ ਸਵੱਟੀ ਹੈ, ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ। ਆਓ ਕੱਲ੍ਹ ਫ੍ਰੀ ਹੋਏ ਹਾਂ ਆਪਾਂ। 10 ਤਰੀਕ ਦੀ ਵਰਸੀ ਸੀ ਮਾਈ ਦੇਸਾਂ ਦੀ। ਬੜੀਆਂ ਹੀ ਰੌਣਕਾਂ ਲੱਗੀਆਂ, ਬੜਾ ਸਤਿਗੁਰਾਂ ਨੇ ਕਿਰਪਾ ਕੀਤੀ, ਰਹਿਮਤ ਕੀਤੀ। ਦੂਰ ਦੂਰ ਤੋਂ ਗੁਰਸਿੱਖ ਸੰਗਤਾਂ, ਪਿਆਰ ਵਾਲੀਆਂ ਰੂਹਾਂ ਆ ਕੇ ਗਈਆਂ, ਨਤਮਸਤਕ ਹੋ ਕੇ ਗਏ। ਹੋਰ ਜਿਹੜੀਆਂ ਸੰਗਤਾਂ ਨਹੀਂ ਆ ਸਕੀਆਂ, ਉਹਨਾਂ ਨੇ ਸੁਰਤੀ ਨਾਲ, ਬਿਰਤੀ ਨਾਲ ਹਾਜ਼ਰੀਆਂ ਲਾਈਆਂ।
ਦਸ਼ਮੇਸ਼ ਪਿਤਾ ਦੇ ਨਾਂ ਦਾ ਜਾਪ ਕਰਕੇ, ਪਾਠ ਕਰਕੇ ਹਾਜ਼ਰੀਆਂ ਲਾਈਆਂ। ਸਭ ਨੂੰ ਕਟਾਣ ਕੋਟ ਧੰਨਵਾਦ ਹੈ। ਅੱਗੇ ਤੋਂ ਜੋ ਸੇਵਾਵਾਂ ਮਾਤਾ ਨੇ ਬਖਸ਼ਿਸ਼ ਕੀਤੀਆਂ ਕਿ ਗੁਰੂ ਘਰ ਦੀ ਸੇਵਾ ਬਾਬਤ ਜੋ ਸਾਨੂੰ ਬਚਪਨ ਤੋਂ ਹੁਕਮ ਸੀ ਕਿ ਤੁਹਾਡੀ ਡਿਊਟੀ ਸਾਂਭਣ 'ਤੇ ਹੈ, ਇਹਨੂੰ ਸਾਂਭੋ ਸਾਰੇ ਕਾਸੇ ਨੂੰ। ਸਮਾਂ ਆਵੇਗਾ ਜਦੋਂ ਤੁਹਾਨੂੰ ਦੱਸਾਂਗੇ ਕਿ ਤੁਸੀਂ ਕੀ ਕੀ ਕਰਨਾ ਹੈ। ਪਹਿਲਾਂ ਮਾਤਾ ਨੇ ਉਹ ਦਿਨਾਂ ਨੂੰ ਮਨਾਉਣ ਦੇ ਹੁਕਮ ਕੀਤੇ, ਫਿਰ ਇਹ ਹੁਕਮਨਾਮੇ ਬਾਬਤ ਕਿਹਾ ਕਿ ਤੁਸੀਂ ਇਹਦੀ ਵਿਆਖਿਆ ਸ਼ੁਰੂ ਕਰੋ, ਜਿਹੜੀ ਆਪਾਂ 2 ਮਹੀਨੇ ਹੋਏ ਆ ਕੋਲੀ ਹਲੇ। ਹੁਣ ਮਾਤਾ ਜੀ ਨੇ ਹੁਕਮ ਦਿੱਤਾ ਹੈ ਕਿ ਗੁਰਸਿੱਖ ਵੀਰਾਂ ਨਾਲ ਰਲ ਕੇ, ਗੁਰਸਿੱਖ ਸੰਗਤਾਂ ਨਾਲ ਰਲ ਕੇ ਅੱਗੇ ਆਪ ਲੱਗੋ। ਇੱਥੋਂ ਦੀ ਜੋ ਕਾਰ ਸੇਵਾ ਹੈ, ਕਾਰ ਸੇਵਾ ਆਪਣੇ ਹੱਥੀਂ ਸ਼ੁਰੂ ਕਰੋ, ਜਿਹਦੇ 'ਚ ਆਪਾਂ ਬਣ ਚੁੱਕੇ ਦਰਬਾਰ ਸਾਹਿਬ ਦੇ ਵਿੱਚ ਪੱਥਰ ਦੀ ਸੇਵਾ, ਬਿਜਲੀ ਦੀ, ਸਮਾਨ ਦੀ ਸੇਵਾ ਸਾਰੇ ਦੀ, ਹੋਰ ਜੋ ਵੀ ਆਪਾਂ ਕਰਨਾ ਹੁੰਦਾ, ਜੋੜੀਆਂ ਦੀ ਸੇਵਾ ਉਹ ਕਰਨਾ ਹੈ। ਉਹਦੀ ਬਾਬਤ ਆਪਾਂ ਮੂਹਰੇ ਤੁਹਾਨੂੰ ਦੱਸਾਂਗੇ ਇਸੇ ਸਾਧਨ ਰਾਹੀਂ ਕਿ ਆਉਣ ਵਾਲੇ ਦਿਨਾਂ 'ਚ ਕਿਹੜੇ ਪਿੰਡਾਂ 'ਚ, ਕਿਹੜੇ ਥਾਵਾਂ 'ਤੇ ਜਾ ਕੇ ਆਪਾਂ ਕੀਰਤਨ ਦੀਵਾਨ ਲਾਉਣੇ ਨੇ, ਕਿਵੇਂ ਉਹ ਸਤਸੰਗ ਦਾ ਜਿਹੜਾ ਪ੍ਰਵਾਹ ਹੈ ਜੋ ਮਾਂ ਦੇਸਾਂ ਨੇ ਆਪਾਂ ਨੂੰ ਬਖਸ਼ਿਸ਼ ਕੀਤਾ, ਕਿਵੇਂ ਚਲਾਉਣਾ ਹੈ, ਕਿਵੇਂ ਤੁਸੀਂ ਘਰ ਬੁਲਾ ਸਕਦੇ ਹੋ, ਆਪਣਾ ਜੋ ਵੀ ਤਿਲ ਫੁੱਲ ਯੋਗਦਾਨ ਪਾਉਣਾ ਪਾ ਸਕਦੇ ਹੋ, ਘਰ ਕਿਵੇਂ ਸਿਮਰਨ ਕਰ ਸਕਦੇ ਹੋ, ਕਰਵਾ ਸਕਦੇ ਹੋ, ਉਹ ਸਾਰਾ ਤੁਹਾਨੂੰ ਦੱਸਾਂਗੇ। ਤੁਸੀਂ ਵੀ ਆਪਣੇ ਵੱਲੋਂ ਤਿਆਰੀ ਕਰੋ। ਆਪ ਸਭ ਸੰਗਤਾਂ ਦੇ ਸਹਿਯੋਗ ਨਾਲ ਥੋੜ੍ਹੇ ਥੋੜ੍ਹੇ ਨਾਲ ਹੀ ਇਹ ਸਾਰਾ ਵੱਡਾ ਕਾਰਜ ਹੋ ਜਾਣਾ। ਅਤੇ ਜਿਹੜੇ ਗੁਰਮੁਖ ਪਿਆਰੇ, ਗੁਰੂ ਕੇ ਪਿਆਰੇ ਦਸਵੰਧ ਕੱਢਦੇ ਆ ਗੁਰੂ ਸਾਹਿਬ ਦੇ ਨਾਂ 'ਤੇ, ਉਹਨਾਂ ਨੂੰ ਬੇਨਤੀ ਆ ਕਿ ਉਹ ਜ਼ਰੂਰ ਆਪਣਾ ਦਸਵੰਧ ਸਫਲਾ ਕਰਨ। ਮਾਤਾ ਨੇ ਜੋ ਸਿਰ 'ਤੇ ਹੱਥ ਰੱਖਿਆ ਹੈ ਕਿ ਤੁਹਾਨੂੰ ਆਪਣੇ ਆਪ ਪਹੁੰਚਾਵਾਂਗੇ ਉਹਨਾਂ ਤੱਕ ਜਿਹੜੇ ਗੁਰੂ ਨੂੰ ਯਾਦ ਕਰਦੇ ਨੇ, ਚੇਤੇ ਕਰਦੇ ਨੇ, ਦਸਵੰਧ ਕੱਢੀ ਬੈਠੇ ਨੇ। ਉਹਨਾਂ ਨੂੰ ਤੁਹਾਡੀ ਦੱਸ ਪੈ ਜਾਣੀ ਆ, ਤੁਹਾਨੂੰ ਉਹਨਾਂ ਦੀ ਪੈ ਜਾਣੀ ਆ। ਆਪਾਂ ਆਪਣਾ ਜੀਵਨ ਇਸੇ 'ਤੇ ਲਾਇਆ ਹੋਇਆ, ਬਚਪਨ ਤੋਂ ਇਹੀ ਕਰ ਰਹੇ ਹਾਂ। ਹੁਣ ਹੁਕਮ ਹੋਇਆ ਅੱਗੇ ਲਾ ਕੇ ਤੁਰਨ ਦਾ, ਤੁਰਾਂਗੇ ਵੀ, ਅਗਵਾਈ ਵੀ ਕਰਾਂਗੇ, ਨਾਲ ਗੁਰਸਿੱਖਾਂ ਨੂੰ, ਸੰਗਤਾਂ ਨੂੰ ਲੈ ਕੇ ਕਾਰ ਸੇਵਾ ਵੀ ਕਰਾਂਗੇ। ਦਿਓ ਤੁਸੀਂ ਸਾਥ, ਤੁਹਾਡਾ ਕਟਾਣ ਕੋਟ ਧੰਨਵਾਦ ਹੈ। ਆਓ ਅੱਜ ਦਾ ਜੋ ਮੁੱਖ ਵਾਕ ਹੈ ਉਹਦੀ ਆਪਾਂ ਸਾਂਝ ਪਾਈਏ। ਸੋਰਠ ਮਹੱਲਾ ਪੰਜਵਾਂ। ਗੁਣ ਗਾਵਹੁ ਪੂਰਨ ਅਵਿਨਾਸੀ, ਕਾਮ ਕ੍ਰੋਧ ਬਿਖ ਜਾਰੇ, ਮਹਾ ਬਿਖਮ ਅਗਨ ਕੋ ਸਾਗਰ, ਸਾਧੂ ਸੰਗ ਉਧਾਰੇ। ਇਹ ਜੋ ਗੁਰਬਾਣੀ ਦੀ ਪੰਗਤੀ ਆਪਾਂ ਨੂੰ ਦਿੱਤੀ ਹੈ, ਆਪਾਂ ਜਦੋਂ ਵੀ ਸਾਂਝ ਪਾਉਣੇ ਆ ਉਹਦੀ ਨਾਲ ਦੀ ਨਾਲ ਤੁਹਾਨੂੰ ਬੇਨਤੀ ਕਰਦੇ ਹੁੰਦੇ ਆ ਕਿ ਜਦੋਂ ਸਤਿਗੁਰੂ ਕੋਈ ਵੀ ਵਾਕ, ਮੁੱਖ ਵਾਕ ਦਿੰਦੇ ਆ, ਉਹਦੇ ਵਿੱਚ ਹੀ ਇੱਕ ਬਰੀਕ ਸੂਤਰ ਛੁਪੇ ਹੁੰਦੇ ਆ ਜਿਹੜੇ ਅਸੀਂ ਕਰਨੇ ਹੁੰਦੇ ਆ। ਜਿਵੇਂ ਪਾਸਵਰਡ ਹੁੰਦਾ, ਅਸੀਂ ਖੁਦ ਫੋਨ ਨੂੰ ਪਾਸਵਰਡ ਲਾਉਣੇ ਆ ਆਪਾਂ ਸਾਰੇ, ਪਰ ਜੇ ਅਸੀਂ 3 ਅੱਖਰ ਸਹੀ ਭਰ ਦਈਏ ਤੇ 1 ਗਲਤ ਭਰ ਦਈਏ, ਉਹ ਪਾਸਵਰਡ ਨਹੀਂ ਖੁੱਲ੍ਹਦਾ। ਇਵੇਂ ਜਿਵੇਂ ਗੁਰਬਾਣੀ ਦੇ ਜਿਹੜੇ ਬੀਜ ਮੰਤਰ ਨੇ ਨਾ, ਜਿਹੜੇ ਸੂਤਰ ਨੇ, ਉਹਨਾਂ ਲਈ ਜਾਗਦੀ ਅੱਖ ਜਿਹ 'ਤੇ ਬਖਸ਼ਿਸ਼ ਹੋ ਚੁੱਕੀ ਆ, ਗਿਆਨ ਅੰਜਨ ਜਿਹਦੀ ਅੱਖ 'ਚ ਪੈ ਚੁੱਕਿਆ, ਉਹ ਦਿਸਦੇ ਹੋਏ ਸੂਤਰਾਂ ਨੂੰ ਜਦੋਂ ਜ਼ਾਹਰ ਕਰਦਾ ਤੇ ਅਸੀਂ ਉਹਦੇ 'ਤੇ ਪਹਿਰਾ ਦੇਣਾ ਹੁੰਦਾ। ਸਾਨੂੰ ਜਿਵੇਂ ਮਾਤਾ ਦਿਖਾਉਂਦੇ ਨੇ, ਜਦੋਂ ਮਾਤਾ ਨੇ ਸੰਥਿਆ ਕਰਵਾਈ ਆ ਤਾਂ ਜਿਹੜੇ ਅਰਥ ਬਾਹਰ ਕੀਤੇ ਜਾਂਦੇ ਨੇ ਬਹੁਤ ਦੂਰ ਹੁੰਦੇ ਨੇ, ਅਤੇ ਜਦੋਂ ਮਾਤਾ ਜੀ ਦੀ ਗੋਦ 'ਚ ਬਹਿ ਕੇ ਪੜ੍ਹਦੇ ਹਾਂ, ਸਾਂਝ ਪਾਉਣੇ ਆ, ਅਤੇ ਪਤਾ ਲੱਗਦਾ ਕਿ ਗੱਲ ਕੋਈ ਹੋਰ ਆ। ਬਹੁਤ ਕਿਰਪਾ। ਜਿਵੇਂ ਆਹ ਹੁਣ ਆਪਾਂ ਵਿਚਾਰ ਕਰੀਏ, ਮਹਾਰਾਜ ਕਹਿੰਦੇ ਗੁਣ ਗਾਵਹੁ ਪੂਰਨ ਅਵਿਨਾਸੀ, ਕਾਮ ਕ੍ਰੋਧ ਬਿਖ ਜਾਰੇ। ਅਧਿਆਤਮ ਦਾ, ਸਪਿਰਚੁਅਲਿਟੀ ਦਾ ਇੱਕ ਨਿਯਮ ਹੈ ਕਿ ਜਿਹੜੀ ਵੀ ਚੀਜ਼ ਨੂੰ ਅਸੀਂ ਚੇਤੇ ਕਰਦੇ ਹਾਂ ਔਰ ਚੇਤੇ ਤੋਂ ਬਾਅਦ ਅਸੀਂ ਆਪਣੀ ਵੈਖਰੀ ਬਾਣੀ ਨੂੰ ਵਰਤ ਕੇ ਗਾਉਣੇ ਆ, ਉਹ ਕਾਰਜ ਕਰਨਾ ਸ਼ੁਰੂ ਕਰ ਦਿੰਦੀ ਹੈ, ਉਹ ਬਾਣੀ ਜਾਗਰਤ ਹੋ ਜਾਂਦੀ ਹੈ। ਮਹਾਰਾਜ ਇੱਥੇ ਕੀ ਬੀਜ ਮੰਤਰ ਦਿੰਦੇ ਆ ਕਿ ਗੁਣ ਗਾਵਹੁ। ਅਸੀਂ ਜਿਵੇਂ ਜਿਵੇਂ, ਸਾਨੂੰ ਤਾਂ ਹਾਲੇ ਸਿੱਧਾ ਪਤਾ ਨਹੀਂ ਉਹਦੇ ਗੁਣ ਕਿਹੜੇ ਆ, ਸਾਨੂੰ ਤਾਂ ਬਾਣੀ ਗੁਰੂ ਗ੍ਰੰਥ ਸਾਹਿਬ ਦੱਸ ਰਹੇ ਆ ਕਿ ਗੁਣ ਕਿਹੜੇ ਆ, ਅਸੀਂ ਉਹ ਗੁਣ ਗਾਉਣੇ ਆ। ਹੇ ਮੇਰੇ ਮਾਲਕਾ, ਤੂੰ ਦਿਆਲੂ ਹੈ, ਤੂੰ ਕਿਰਪਾਲੂ ਹੈ, ਤੂੰ ਜੋ ਚਾਹੇ ਕਰ ਸਕਦਾ ਹੈ, ਤੂੰ ਲਿਖੀਆਂ ਮੇਟ ਸਕਦਾ ਹੈ, ਤੂੰ ਨੀਚੋਂ ਊਚ ਕਰ ਸਕਦਾ ਹੈ,
ਕਿਹੜੀ ਗੱਲ ਹੈ ਜਿਹੜੀ ਤੂੰ ਨਹੀਂ ਕਰ ਸਕਦਾ। ਉਹ ਸਾਰਾ ਕੁਝ ਸਾਨੂੰ ਦੱਸਿਆ ਜਾਂਦਾ, ਸਾਨੂੰ ਗੁਰੂ ਗ੍ਰੰਥ ਸਾਹਿਬ ਦੱਸਦੇ ਆ। ਫਿਰ ਜਿਵੇਂ ਜਿਵੇਂ ਸਾਡੇ ਉਹ ਗੱਲ ਸਮਝ ਪੈਂਦੀ ਆ, ਉਹਨੂੰ ਅਸੀਂ ਗਾਉਣਾ ਹੈ। ਤੇ ਕਿਹਾ ਤਾਂ ਬੋਲ ਕੇ ਵੀ ਜਾ ਸਕਦਾ, ਬੋਲ ਕੇ ਕਹੇ ਨਾਲ ਗੱਲ ਨਹੀਂ ਬਣਦੀ। ਜਦੋਂ ਗਾਇਆ ਜਾਂਦਾ ਨਾ, ਉਹ ਗਾਉਣ ਦੇ ਵਿੱਚ ਇੱਕ ਰਿਦਮ ਹੈ। ਉਹ ਰਿਦਮ, ਉਹ ਇੱਕ ਓਂਕਾਰ ਦੀ ਜਿਹੜੀ ਫ੍ਰੀਕੁਐਂਸੀ ਆ, ਉਹਦੇ ਨਾਲ ਮਿਲਦੀ ਜੁਲਦੀ ਆ। ਜਦੋਂ ਕਦੇ ਮਿਲਾਪ ਹੋ ਜਾਂਦਾ ਉਸ ਫ੍ਰੀਕੁਐਂਸੀ ਦਾ ਤੇ ਸਾਡੀ ਰਿਦਮ ਦਾ, ਤਾਂ ਸਾਡੇ ਸਾਰੇ ਚੱਕਰ ਹੀ ਬੈਲੈਂਸ ਹੋ ਜਾਂਦੇ ਆ। ਤੇ ਮਹਾਰਾਜ ਕਹਿੰਦੇ ਤੁਸੀਂ ਗੁਣ ਗਾਓ, ਗੁਣ ਗਾਵੋ ਕਿਹਦੇ? ਪੂਰਨ, ਜਿਹੜਾ ਆਦਿ ਤੋਂ ਸੱਚ ਆ, ਜਿਹੜਾ ਜੁਗਾਂ ਦੇ ਸਮੇਂ ਤੋਂ ਸੱਚ ਆ। ਪੂਰਨ ਅਬਿਨਾਸੀ, ਜਿਹੜਾ ਨਾਸ ਨਹੀਂ ਹੁੰਦਾ ਹੈ, ਜਿਹੜਾ ਪੂਰੇ ਦਾ ਪੂਰਾ ਹੀ ਆ। ਫਿਰ ਹੋਊਗਾ ਕੀ? ਜਿੰਨਾ ਚਿਰ ਤੁਸੀਂ ਗੁਣ ਨਹੀਂ ਗਾਉਂਦੇ, ਉਹ ਗੱਲ ਨੂੰ ਨਹੀਂ ਸਮਝਿਆ, ਮਹਾਰਾਜ ਕਹਿੰਦੇ ਉਨਾ ਚਿਰ ਤੁਸੀਂ ਕਾਮ ਦੀ ਅੱਗ 'ਚ ਸੜਦੇ ਹੋ, ਕ੍ਰੋਧ ਦੀ ਅੱਗ 'ਚ ਸੜਦੇ ਹੋ। ਤੇ ਜ਼ਹਿਰ ਆ, ਇਸ ਜ਼ਹਿਰ ਨੂੰ, ਕਾਮ ਕ੍ਰੋਧ ਦੀ ਅੱਗ ਨੂੰ, ਉਹ ਤੁਹਾਡਾ ਗਾਉਣਾ ਮੀਰਾਂ ਵਾਂਗੂ ਗਾਉਣਾ, ਗੁਰੂ ਨਾਨਕ ਸਾਹਿਬ ਵਾਂਗੂ ਗਾਉਣਾ। ਗੁਰੂ ਨਾਨਕ ਨੇ ਗਾਇਆ ਹੀ ਆ ਨਾ ਮਾਲਕ ਦੇ ਰੰਗਾਂ ਨੂੰ, ਤੇ ਗਾ ਕੇ ਹੀ ਪਾਲਿਆ। ਉਹ ਗਾਉਣਾ ਬਹੁਤ ਵੱਡੀ ਚੀਜ਼ ਆ। ਤੇ ਮਹਾਰਾਜ ਕਹਿੰਦੇ ਉਹ ਸਾਰੇ ਕਾਸੇ ਨੂੰ ਜਾਰ ਦਿੰਦਾ। ਮਹਾ ਬਿਖਮ ਅਗਨ ਸਾਗਰ ਕੋ, ਮਹਾ ਬਿਖਮ ਅਗਨ ਕੋ ਸਾਗਰ। ਮਹਾਰਾਜ ਕਹਿੰਦੇ ਇਹ ਮਹਾ ਬਿਖਮ ਹੈ, ਔਖਾ, ਬਹੁਤ ਔਖਾ ਅੱਗ ਦਾ ਸਾਗਰ ਆ, ਜਿਹੜਾ ਅਸੀਂ ਲੰਘਣਾ ਜੀਵਨ ਦੇ ਵਿੱਚ ਦੀ। ਕਦੇ ਕਾਮ ਦੀ ਅੱਗ, ਕਦੇ ਕ੍ਰੋਧ ਦੀ ਅੱਗ, ਕਦੇ ਲੋਭ ਦੀ ਅੱਗ, ਕਦੇ ਮੋਹ ਦੀਆਂ ਲਹਿਰਾਂ, ਕਦੇ ਹੰਕਾਰ ਦਾ ਤਪਸ। ਕਿੰਨਾ ਹੀ ਕੁਛ ਆ ਜਿਹੜਾ ਸਾਡੇ ਜੀਵਨ ਨੂੰ ਵਿਗਾੜਦਾ, ਜਿਹੜਾ ਸਾਨੂੰ ਲਿਪਤ ਕਰ ਲੈਂਦਾ। ਤੇ ਸਤਿਗੁਰੂ ਕਹਿੰਦੇ ਪਰ ਜਦੋਂ ਤੁਸੀਂ ਓਟ ਨਿਰੰਕਾਰ ਦੀ ਰੱਖੋਗੇ ਨਾ, ਇੱਕ ਓਂਕਾਰ ਦੀ ਓਟ ਰੱਖ ਕੇ ਪੂਰਨ ਗੁਰੂ ਦੇ ਲੜ ਲੱਗੋਗੇ, ਪਵਨ ਗੁਰੂ ਦੇ, ਜਿਹੜਾ ਤੁਹਾਡੇ ਕੋਲ ਹੀ ਆ। ਮਹਾਰਾਜ ਕਹਿੰਦੇ ਇਹ ਮਹਾ ਬਿਖਮ ਅਗਨ ਕੋ ਸਾਗਰ, ਸਾਧੂ ਸੰਗ ਉਧਾਰੇ। ਉਧਰੋਂ ਉਹਨੂੰ ਗਾਉਣਾ ਮਾਲਕ ਨੂੰ, ਤੇ ਉਧਰੋਂ ਸੰਗ ਗਾਉਣ ਵਾਲਿਆਂ ਦਾ, ਸਾਧੂ ਦਾ ਸੰਗ, ਜਿਹੜਾ ਜੁੜਿਆ ਹੋਇਆ, ਜਿਹਦੇ ਤੇ ਰਹਿਮਤ ਹੈ, ਜਿਹਦੇ ਤੇ ਕਿਰਪਾ, ਉਹਦੇ ਸੰਗ ਨਾਲ ਅਸੀਂ ਅੱਗੇ ਲੰਘ ਜਾਂਦੇ ਹਾਂ। ਸੰਗਤ ਇਸੇ ਕਰਕੇ ਵੱਡੀ ਕਿਹਾ, ਸੰਗਤ ਸਾਨੂੰ ਤਾਰ ਕੇ ਲੈ ਜਾਂਦੀ ਹੈ। ਮਹਾਰਾਜ ਦੀ ਬੜੀ ਰਹਿਮਤ, ਬੜੀ ਕਿਰਪਾ। ਪੂਰਾ ਗੁਰ ਮੇਟਿਓ ਭਰਮ ਅੰਧੇਰਾ। ਜਿਹੜਾ ਪੂਰਨ ਗੁਰੂ ਆ ਨਾ, ਉਹ ਭਰਮ ਦਾ ਜਿਹੜਾ ਅੰਧੇਰਾ ਹੁੰਦਾ, ਸਾਡੀ ਸੁਰਤੀ ਦੇ ਉੱਤੇ, ਸਾਡੀ ਬਿਰਤੀ ਦੇ ਉੱਤੇ, ਸਾਡੀ ਸਮਝ ਦੇ ਉੱਤੇ, ਜਿਹੜੇ ਬਹੁਤ ਵੱਡੇ ਕਹਿ ਲਓ ਸਮਾਜ ਵੱਲੋਂ, ਆਮ ਲੋਕਾਂ ਵੱਲੋਂ ਭਰਮ ਜਾਲ ਪਾਏ ਹੁੰਦੇ ਆ, ਪੂਰਾ ਗੁਰੂ ਉਹ ਜਾਲ ਨੂੰ, ਭਰਮ ਦੇ ਨੂੰ ਕੱਟ ਦਿੰਦਾ। ਗਿਆਨ ਅੰਜਨ ਪਾ ਕੇ ਤੁਹਾਨੂੰ ਸੱਚ ਦਿਸਣ ਲਾ ਦਿੰਦਾ। ਉਹ ਗੁਰੂ ਹੀ ਦੱਸਦਾ ਕਿ ਜੇ ਤੈਨੂੰ ਔਖਦ ਚਾਹੀਦੀ ਆ ਤਾਂ ਹੌਸਪੀਟਲ ਤੋਂ ਮਿਲੂ, ਇੱਧਰ ਨੂੰ ਜਾਈਂ। ਪਰ ਉਹ ਇਹ ਵੀ ਦੱਸਦਾ ਕਿ ਨਾਲ ਹੀ ਪਾਵਰ ਦਾ ਸੈਂਟਰ ਹੈ ਇੱਕ, ਜਿੱਥੇ ਬਿਜਲੀ ਦੀਆਂ ਨੰਗੀਆਂ ਨੰਗੀਆਂ ਤਾਰਾਂ, ਉੱਧਰ ਨਾ ਜਾਈਂ। ਇਹ ਗੱਲ ਦੱਸਣੀ ਕਿ ਉੱਧਰ ਨਾ ਜਾਈਂ, ਉੱਥੇ ਹੱਥ ਨਾ ਲਾ ਬੈਠੀ, ਇਹ ਵਹਿਮ ਭਰਮ ਨਹੀਂ ਹੈਗਾ, ਇਹ ਜਾਗਰਤੀ ਆ। ਗੁਰੂ ਆ ਜਿਹੜਾ ਸਾਰੀਆਂ ਗੱਲਾਂ ਦੱਸਦਾ ਆਪਣੇ ਬੱਚੇ ਨੂੰ, ਕੀ ਕਰੀਂ ਕੀ ਨਾ ਕਰੀਂ। ਤਾਂ ਅੱਗੇ ਸਤਿਗੁਰੂ ਕਹਿੰਦੇ ਪੂਰਾ ਗੁਰ ਮੇਟਿਓ ਭਰਮ ਅੰਧੇਰਾ। ਉਹ ਭਰਮ ਦਾ ਜਿਹੜਾ ਝੋਲਾ ਸੀਗਾ ਨਾ, ਜਿਹੜਾ ਪਿਆ ਹੋਇਆ ਸੀ ਰੂਹ ਦੇ ਉੱਤੇ, ਚੇਤਨਾ ਦੇ ਉੱਤੇ, ਸਮਝ ਦੇ ਉੱਤੇ, ਉਹਨੂੰ ਗਿਆਨ ਅੰਜਨ ਦੇ ਕੇ ਕੱਟਤਾ। ਸਾਫ਼ ਸਪਸ਼ਟ ਇੱਕ ਨਿਰਣਾ ਦਿਖਾਤਾ ਕਿ ਸਭ ਕੁਛ ਇੱਕੋ ਹੀ ਹੈ, ਇੱਕੋ ਹੈ ਭਾਈ, ਇੱਕੋ ਹੈ ਸਾਹਿਬ ਮੇਰਾ, ਇੱਕੋ ਹੈ। ਇਹ ਥਾਟ ਦੇਤਾ, ਇਹ ਦਿਖਾਤਾ ਸਾਰਾ ਕੁਛ ਅੰਦਰੋਂ। ਭਜ ਪ੍ਰੇਮ ਭਗਤ ਪ੍ਰਭ ਨੇਰਾ। ਫਿਰ ਕਰਨਾ ਕੀ ਹੈ? ਸਿਮਰਨਾ। ਉਹਨੂੰ ਭਜਣਾ ਹੁੰਦਾ, ਸਿਮਰਨਾ। ਸਿਮਰਨ ਕੀ ਹੁੰਦਾ? ਚੇਤੇ ਦੇ ਵਿੱਚ ਗੱਲ ਚੱਲਦੀ ਰਹੇ ਤੇ ਸਾਡੀ ਸੁਰਤ ਉਹਨੂੰ ਅੰਦਰੇ ਅੰਦਰ ਐ ਵੇਖਦੀ ਰਹੇ। ਭਜ ਪ੍ਰੇਮ ਭਗਤ, ਪ੍ਰੇਮਾ ਭਗਤੀ ਹੈ ਇਹ, ਇੱਕ ਲੈ ਇੱਕ ਰੌਂ, ਹਰ ਵੇਲੇ ਅੰਦਰੇ ਅੰਦਰ। ਪ੍ਰੇਮ ਭਗਤ
ਪ੍ਰਭ ਨੇਰਾ, ਉਹ ਨੇੜੇ ਲੱਗੇ ਅੰਗ ਸੰਗ ਹਰ ਵੇਲੇ। ਸਤਿਗੁਰੂ ਦੇ ਦਿੱਤੇ ਹੋਏ ਮੰਤਰ, ਸਤਿਗੁਰੂ ਦੀ ਦਿੱਤੇ ਹੋਏ ਬਚਨ, ਸਤਿਗੁਰ ਦੇ ਦਿੱਤੀ ਹੋਈ ਕਿਰਪਾ ਹਰ ਵੇਲੇ ਮਹਿਸੂਸ ਹੋਵੇ। ਭਜ ਪ੍ਰੇਮ ਭਗਤ ਪ੍ਰਭ ਨੇਰਾ ਰਹਾਓ। ਆਪਣੇ ਆਪੇ ਦੇ ਨੇੜੇ ਮਹਿਸੂਸ ਕਰਨਾ ਇਹ ਬੰਦਗੀ ਹੈ। ਮਾਲਕ ਦੇ ਬਚਨਾਂ ਤੇ ਪਹਿਰਾ ਦੇਣਾ ਇਹ ਬੰਦਗੀ ਹੈ। ਉਹਦੇ ਹੋ ਕੇ ਰਹਿਣਾ ਜ਼ਿੰਦਗੀ ਹੈ। ਇਸ ਤਰ੍ਹਾਂ ਅੱਗੇ ਦੀ ਅੱਗੇ ਸਾਡਾ ਜੀਵਨ ਚੱਲਦਾ। ਹਰ ਹਰ ਨਾਮ ਨਿਧਾਨ ਰਸ ਪੀਆ, ਮਨ ਤਨ ਰਹੇ ਅਗਾਈ। ਕਹਿੰਦੇ ਫਿਰ ਹਰ ਹਰ, ਉਹ ਨਾਮ ਦਾ ਜਿਹੜਾ ਖਜ਼ਾਨਾ ਨਾ, ਜਿਹੜਾ ਹਰ ਹਰ ਨਾਮ ਦਾ ਖਜ਼ਾਨਾ ਜਿਹੜਾ ਨਿਧਾਨ ਹੈ, ਉਹ ਕਿਹੜੇ ਰੂਪ ਚ ਮਹਾਰਾਜ ਕਹਿੰਦੇ ਉਹ ਰਸ ਹੈ। ਤੇ ਸਾਡਾ ਮਨ ਕੀ ਚਾਹੁੰਦਾ? ਰਸ। ਇਹਨੂੰ ਜਿੰਨੀਆਂ ਕੁ ਚੀਜ਼ਾਂ ਦਾ ਪਤਾ ਹੈ ਉਹਨਾਂ ਚੋਂ ਰਸ ਭਾਲਦਾ। ਸਮਾਜ ਦੇ ਵਿੱਚ, ਦੁਨੀਆ ਦੇ ਵਿੱਚ ਜੋ ਵੀ ਮਨ ਨੂੰ ਚੰਗਾ ਲੱਗਦਾ ਉੱਥੇ ਉਹਨੂੰ ਰਸ ਦਿਸਦਾ, ਤੇ ਉਹ ਰਸ ਹੁੰਦਾ ਵੀ ਹੈ। ਖਾਣ ਦਾ ਰਸ, ਪੀਣ ਦਾ ਰਸ, ਹੰਢਾਉਣ ਦਾ ਰਸ, ਚੱਖਣ ਦਾ ਰਸ, ਸਪਰਸ਼ ਦਾ ਰਸ, ਸਾਰੇ ਰਸ ਆ। ਤੇ ਮਹਾਰਾਜ ਜੀ ਕਹਿੰਦੇ ਕਰਨਾ ਫਿਰ ਕੀ ਆ? ਇੰਨੇ ਰਸਾਂ ਨੂੰ ਕੱਟ ਤਾਂ ਆਪਾਂ ਸਕਦੇ ਨਹੀਂ। ਫਿਰ ਦੁਨੀਆ ਨੂੰ ਕਿੱਧਰ ਤਾੜ ਦਈਏ, ਜਾਂ ਆਪ ਕਿਹੜੇ ਭੋਰੇ 'ਚ ਉਤਰ ਕੇ ਬਹਿ ਜਾਈਏ? ਨਹੀਂ। ਮਹਾਰਾਜ ਜੀ ਕਹਿੰਦੇ ਤੁਹਾਨੂੰ ਗੁਰੂ ਇੱਕ ਸਿਸਟਮ ਦੇ ਦਿੰਦਾ ਕਿ ਕਰਨਾ ਕੀ ਹੈ। ਹਰ ਹਰ ਨਾਮ ਨਿਧਾਨ ਰਸ ਪੀਆ। ਵੱਡੀ ਲਾਈਨ ਖਿੱਚੋ, ਇਹਨੂੰ ਅੰਦਰੋਂ ਰਸ ਦਬਾਓ। ਉਹ ਬਾਹਰੋਂ ਮਿਲਦੇ ਆ ਸਾਰੇ ਰਸ, ਅੰਦਰੋਂ ਰਸ ਦਬਾਉਣਾ, ਅੰਦਰ ਉਤਰਨਾ। ਪਵਨ ਗੁਰੂ ਦੇ ਲੜ ਲੱਗ ਕੇ ਆਉਂਦੇ ਜਾਂਦੇ ਸਵਾਸਾਂ ਨੂੰ ਮਹਿਸੂਸ ਕਰਦਿਆਂ, ਅੱਜ ਹੋਰ ਸਵੇਰ ਹੋਰ, ਅੱਜ ਹੋਰ ਸਵੇਰ ਹੋਰ ਕਰਦਿਆਂ ਕਰਦਿਆਂ ਆਪਣੇ ਅੰਤਰ ਆਤਮੇ ਉਹ ਸੈਂਟਰ 'ਤੇ ਪਹੁੰਚ ਜਾਣਾ, ਜਿੱਥੇ ਥਿਰ ਘਰ ਹੈ। ਥਿਰ ਘਰ ਬੈਸੋ ਹਰ ਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ। ਮਹਾਰਾਜ ਜੀ ਕਹਿੰਦੇ ਹਰ ਹਰ ਨਾਮ ਨਿਧਾਨ ਰਸ ਪੀਆ। ਫਿਰ ਉਹ ਪੀਂਦਾ ਚਾਗੀਆਂ ਲਾ ਲਾ ਕੇ। ਪਹਿਲੀ ਵਾਰ ਪਤਾ ਲੱਗਦਾ ਸਭ ਕੁਛ ਫ੍ਰੀ, ਸਿਰਫ ਟਾਈਮ ਦੇਣਾ, ਤਪ ਕਰਨਾ ਟਾਈਮ ਦਾ। ਹਰ ਹਰ ਨਾਮ ਨਿਧਾਨ ਰਸ ਪੀਆ, ਮਨ ਤਨ ਰਹੇ ਅਗਾਈ। ਮਨ ਤੇ ਤਨ ਉਹਨਾਂ ਖਜ਼ਾਨਿਆਂ ਦੇ ਨਾਲ ਰੱਜ ਜਾਂਦਾ, ਤ੍ਰਿਪਤ ਹੋ ਜਾਂਦਾ। ਇਹ ਬੜੀ ਕਿਰਪਾ ਹੁੰਦੀ ਆ ਜਦੋਂ ਅਸੀਂ ਜੁੜਦੇ ਹਾਂ ਨਾ, ਜਦੋਂ ਸਾਡੇ ਤੇ ਰਹਿਮਤ ਹੁੰਦੀ ਆ। ਇਹ ਵਾਪਰਦਾ। ਜਤ ਕਤ ਪੂਰ ਰਹਿਓ ਪਰਮੇਸ਼ਰ, ਕਤ ਆਵੈ ਕਤ ਜਾਈ। ਜਿੱਥੇ ਕਿਤੇ ਵੀ ਐਸੀ ਨਜ਼ਰ ਬਣ ਜਾਂਦੀ ਹੈ ਹਰ ਥਾਂ, ਜਿੱਥੇ ਵੀ ਕਿਤੇ ਜਤ ਕਤ ਪੂਰ ਰਹਿਓ ਪਰਮੇਸ਼ਰ, ਕਤ ਆਵੈ ਕਤ ਜਾਈ। ਹਰ ਥਾਂ ਹੀ ਉਹ ਆਪ ਆ ਮਾਲਕ। ਕਣ ਕਣ ਦੇ ਵਿੱਚ ਉਹ ਆਪ ਆ। ਕਿਤੇ ਵੀ ਆਈਏ ਤੇ ਕਿਤੇ ਵੀ ਜਾਈਏ, ਉਹ ਤੋਂ ਬਿਨਾਂ ਹੈ ਹੀ ਕੁਛ ਨਹੀਂ। ਇਹ ਇਕੱਲੀ ਕਹਿਣ ਦੀ ਗੱਲ ਨਹੀਂ ਹੈ। ਸ਼ੁਰੂ 'ਚ ਤਾਂ ਲੱਗਦਾ ਵੀ ਕਹਿ ਤਾ, ਸੱਚੀ ਮਿੱਚੀ ਵਾਪਰਦਾ। ਸਤਿਗੁਰੂ ਅਹਿਸਾਸ ਕਰਾਉਂਦੇ ਨੇ, ਭਰਮ ਦਾ ਨਾਸ ਕਰਦੇ ਆ, ਗੁਰ ਪ੍ਰਸ਼ਾਦ ਦਾ ਪ੍ਰਕਾਸ਼ ਕਰਦੇ ਆ। ਗੁਰੂ ਦੀ ਕਿਰਪਾ ਨਾਲ ਇਹ ਸਾਰਾ ਕੁਛ ਦੀਂਦਾ। ਜਪ ਤਪ ਸੰਜਮ ਗਿਆਨ ਤਤ ਬੀਤਾ, ਜਿਸ ਮਨ ਵਸੈ ਗੋਪਾਲਾ। ਸਾਰੇ ਤਰ੍ਹਾਂ ਦੇ ਜਪ, ਸਾਰੇ ਤਰ੍ਹਾਂ ਦੇ ਤਪ, ਹਰ ਤਰ੍ਹਾਂ ਦਾ ਸੰਜਮ ਕੀ ਹੋ ਜਾਂਦਾ? ਗਿਆਨ। ਉਹਨਾਂ ਸਾਰੇ ਕਾਸੇ ਦਾ ਗਿਆਨ, ਉਹਦੇ ਬਾਰੇ ਜਾਣਨ ਲੱਗ ਜਾਂਦਾ। ਤਤ ਬੀਤਾ, ਜਿਹੜਾ ਅਸਲੀਅਤ ਨੂੰ ਜਾਣ ਜਾਂਦਾ ਕਿ ਸਿਸਟਮ ਦੇ ਪਿੱਛੇ ਕੀ ਚੀਜ਼ ਹੈ। ਜਿਹੜੇ ਅੱਖਰ ਕਹੇ ਜਾਂਦੇ ਆ, ਜਿਹੜੀ ਗੱਲ ਕਹੀ ਜਾਂਦੀ ਆ, ਅਸਲੇ ਹੁੰਦਾ ਕਿਉਂ ਆ ਸਾਰਾ ਕੁਛ। ਮਹਾਰਾਜ ਕਹਿੰਦੇ ਜਪ ਤਪ ਸੰਜਮ ਗਿਆਨ ਤਤ ਬੀਤਾ, ਜਿਸ ਮਨ ਵਸੈ ਗੋਪਾਲਾ। ਉਹ ਤਤ ਬੀਤਾ ਬਣ ਜਾਂਦਾ ਜਿਹਦਾ ਮਨ ਉਹ ਧਰਤੀ ਨੂੰ, ਉਹ ਸੰਸਾਰ ਨੂੰ ਪਾਲਣ ਵਾਲੇ ਗੋਪਾਲ ਦੇ ਚਰਨਾਂ 'ਚ ਲੱਗ ਜਾਂਦਾ। ਕਿਉਂਕਿ ਸਿਸਟਮ ਤਾਂ ਸਾਰੇ ਸੌਫਟਵੇਅਰ ਇੱਕੋ ਦੇ ਹੀ ਆ ਨਾ। ਉਹ ਇੱਕ ਨਾਲ ਸਾਂਝ ਪਾਉਣ ਨਾਲ, ਇੱਕ ਨਾਲ ਸਾਂਝ ਪੈਂਦੀ ਹੈ ਸਵਾਸਾਂ ਰਾਹੀਂ। ਜੋ ਸਾਸ ਗਰਾਸ ਧਿਆਏ ਮੇਰਾ ਹਰ ਹਰ, ਧਿਆਉਣਾ ਪੈਂਦਾ, ਸਵਾਸਾਂ ਦੇ ਨੇੜੇ ਆਉਣਾ ਪੈਂਦਾ। ਬਾਹਰੀ ਕਰਮਕਾਂਡ ਛੱਡਣੇ ਪੈਂਦੇ ਆ। ਸ਼ੁਰੂਆਤ ਬਾਹਰੋਂ ਹੀ ਹੁੰਦੀ ਹੈ। ਚੱਲ ਕੇ ਇੱਕ ਵਾਰੀ ਆਪਾਂ ਬਾਹਰ ਹੀ ਜਾਂਦੇ ਹਾਂ, ਕਿਸੇ ਦੀ ਸ਼ਰਨ ਜਾਂਦੇ ਹਾਂ, ਕਿਸੇ ਤੋਂ ਕੁਛ ਸਿੱਖਦੇ ਹਾਂ, ਪੜ੍ਹਦੇ ਹਾਂ, ਕਰਦੇ ਹਾਂ,
ਪਰ ਜੇ ਸਾਰੀ ਜ਼ਿੰਦਗੀ ਬਾਹਰ ਹੀ ਤੋਰੀ ਫਿਰਦਾ ਕੋਈ ਤਾਂ ਫਿਰ ਗਲਤ ਆ। ਕੁਛ ਸਮਾਂ ਹੁੰਦਾ। ਜੇ ਸਾਡਾ ਬੱਚਾ ਪ੍ਰਾਇਮਰੀ ਸਕੂਲ 'ਚ ਲੱਗਿਆ, ਜੇ ਇੱਕ ਕਲਾਸ 'ਚ 1 ਸਾਲ ਲਾਉਂਦਾ ਸਾਨੂੰ ਬਰਦਾਸ਼ਤ ਆ, ਪਰ 1 ਸਾਲ ਕਲਾਸ 'ਚ 2 ਸਾਲ ਵੀ ਲੱਗ ਸਕਦੇ ਆ, ਬਰਦਾਸ਼ਤ ਹੋ ਜਾਂਦਾ। ਪਰ ਜੇ ਕੋਈ ਬੱਚਾ 5 ਸਾਲ ਪਹਿਲੀ ਕਲਾਸ 'ਚ ਹੀ ਬੈਠਾ ਰਹੇ, ਬਰਦਾਸ਼ਤ ਤੋਂ ਬਾਹਰ ਹੈ। ਸੋਚਣਾ ਪੈਣਾ ਘਰਦਿਆਂ ਨੂੰ ਕਿ ਜਾਂ ਸਕੂਲ ਬਦਲੋ ਜਾਂ ਸਕੂਲ ਵਾਲਿਆਂ ਨੂੰ ਲਾਂਭਾ ਦਿਓ, ਕੋਈ ਪੁੱਛੋ ਕੁਛ ਕਿ ਸਾਡੇ ਬੱਚੇ ਨੂੰ ਆਈਂ ਕਿਉਂ ਬਹਾਈ ਬੈਠੇ ਹੋ। ਪਰ ਧਰਮ ਦਾ ਖੇਤਰ ਇੱਕ ਇਹ ਜਿਹਾ ਕਿ 5 ਸਾਲ ਪਹਿਲਾਂ ਵੀ ਉਹੀ ਹਾਲ ਸੀ ਬੰਦੇ ਦਾ, 5 ਸਾਲ ਬਾਅਦ ਵੀ ਉਹੀ ਹਾਲ ਹੈ। 10 ਸਾਲ ਹੋ ਗਏ ਗੁਰੂ ਘਰ ਜਾਂਦੇ ਨੂੰ, ਬਾਣੀ ਪੜ੍ਹਦੇ ਨੂੰ, ਬੜਾ ਕੁਛ ਕਰਦੇ ਨੂੰ, ਉਹੀ ਆਕੜਾਂ, ਉਹੀ ਨਖਰੇ, ਉਹੀ ਨਿੰਦਿਆ, ਉਹੀ ਚੁਗਲੀ, ਉਹੀ ਵਹਿਬਤਾਂ, ਸਾਰਾ ਕੁਛ ਉਹੀ ਆ। ਇਹਦਾ ਮਤਲਬ ਜਾਣਨਾ ਪੈਣਾ ਕਿ ਇਹਦੇ ਬਾਣੀ ਪੱਲੇ ਨਹੀਂ ਪੈ ਰਹੀ ਕਿ ਬੱਧਾ ਚੱਟੀ ਕਰ ਰਿਹਾ। ਕਿਸੇ ਪੁਆਇੰਟ 'ਤੇ ਤਾਂ ਵਿਚਾਰ ਕਰਨਾ ਪੈਣਾ ਨਾ। ਇਹ ਜਿਹੜਾ ਅਸਲੀਅਤ ਨੂੰ ਦੇਖਣ ਦਾ ਨਜ਼ਰੀਆ ਸਾਨੂੰ ਬਣਾਉਣਾ ਪੈਣਾ ਕਿ ਜਦੋਂ ਮੈਂ ਨਹੀਂ ਲੜ ਲੱਗਿਆ ਸੀ ਜਾਂ ਇੱਥੇ ਮੈਂ ਨਹੀਂ ਜਾਂਦਾ ਸੀ, ਮੇਰਾ ਜੀਵਨ ਕਿਹੋ ਜਿਹਾ ਸੀ। ਜਦੋਂ ਮੈਨੂੰ ਜਾਂਦੇ ਨੂੰ 3 ਮਹੀਨੇ ਵੀ ਹੋ ਗਏ ਤੇ ਸੁਰਤੀ ਮਾਰਨੀ ਚਾਹੀਦੀ ਹੈ ਕਿ 3 ਮਹੀਨੇ ਪਹਿਲਾਂ ਮੇਰਾ ਹਾਲ ਕੀ ਸੀ। ਮੇਰਾ ਬਹਿਣਾ, ਮੇਰਾ ਉੱਠਣਾ, ਮੇਰਾ ਸੌਣਾ, ਮੇਰੀ ਕਮਾਈ, ਮੇਰੀ ਤੰਦਰੁਸਤੀ, ਮੇਰੇ ਬੱਚਿਆਂ 'ਚ ਸਾਰਾ ਕੁਛ ਕੀ ਬਦਲਾਅ ਆ ਰਿਹਾ। ਜੇ ਬਦਲਾਅ ਹੀ ਨਹੀਂ ਆ ਰਿਹਾ ਤਾਂ ਪਤਾ ਕਰੋ, ਕਿਉਂਕਿ ਅਸਲੀਅਤ ਆ ਜਿਹੜੀ ਬਾਣੀ ਆ ਇਹ ਬਦਲਦੀ ਆ, ਛੌੜ ਘੜਦੀ ਆ ਸਾਰੇ। ਸਾਨੂੰ ਧਿਆਨ ਦੇਣਾ ਪੈਣਾ ਹੈ। ਜਪ ਤਪ ਸੰਜਮ ਗਿਆਨ ਤਤ ਬੇਤਾ ਜਿਸ ਮਨ ਬਸੈ ਗੋਪਾਲਾ। ਮਹਾਰਾਜ ਕਹਿੰਦੇ ਉਹ ਇਹਨਾਂ ਚੀਜ਼ਾਂ ਦੇ ਤੱਤ ਨੂੰ ਜਾਣ ਜਾਂਦਾ ਹੈ। ਜਪਦੇ ਵੀ, ਤਪਦੇ ਵੀ, ਸੰਜਮ ਦੇ, ਉਹ ਕੁਦਰਤੀ ਆ ਜਾਂਦਾ ਉਹਦੇ 'ਚ। ਉਹਨੂੰ ਕਹਿਣਾ ਨਹੀਂ ਪੈਂਦਾ ਕਿ ਤੂੰ ਬਾਣੀ ਪੜ੍ਹਦਾ ਆ ਨਾ ਕਰੀ, ਵੈਸੇ ਹੀ ਆ ਜਾਂਦਾ ਉਹਦੇ 'ਚ। ਇਹ ਬਖਸ਼ਿਸ਼ ਹੈ, ਗੁਰ ਪ੍ਰਸ਼ਾਦ ਹੈ। ਫਿਰ ਅੱਗੇ ਸਤਿਗੁਰੂ ਕੀ ਕਹਿੰਦੇ ਆ, ਨਾਮ ਰਤਨ ਜਿਨ ਗੁਰਮੁਖ ਪਾਇਆ ਤਾਕੀ ਪੂਰਨ ਘਾਲਾ। ਮਹਾਰਾਜ ਜੀ ਕਹਿੰਦੇ ਉਹ ਨਾਮ ਦਾ ਜਿਹੜਾ ਰਤਨ ਆ ਨਾ, ਹੁਣ ਦੇਖੋ ਸਾਡੀ ਕਿੰਨੀ ਜਿੱਦ ਜਦਾਈ ਆਹ ਗੱਲਾਂ 'ਤੇ ਚੱਲੀ ਜਾਂਦੀ ਰਹਿੰਦੀ ਆ, ਕਿਉਂਕਿ ਨਾ ਤਾਂ ਕੋਈ ਜੀਵਨ ਲਾਉਂਦਾ ਕਿਸੇ ਗੱਲ 'ਤੇ, ਨਾ ਕੋਈ ਕਿਸੇ ਗੱਲ ਦੀ ਸਟੱਡੀ ਕਰਦਾ, ਨਾ ਕੋਈ ਪੜ੍ਹਦਾ। ਬਸ 1-2 ਗੱਲਾਂ ਅਸੀਂ ਸਿੱਖ ਲੈਂਦੇ ਹਾਂ, ਫਿਰ ਉਹਨਾਂ ਦੇ ਮਿਹਣੇ ਦੂਜਿਆਂ ਨੂੰ ਦੇਈ ਜਾਂਦੇ ਹਾਂ। ਹੁਣ ਜਿਹਨੂੰ ਹੀਰਾ ਕਿਹਾ ਮਹਾਰਾਜ ਨੇ, ਜੇ ਹੀਰੇ 'ਚ ਕੋਈ ਗੱਲਬਾਤ ਹੈ, ਹੀਰੇ ਦਾ ਆਮ ਪੱਥਰ ਨਾਲ ਫਰਕ ਹੈ, ਫਿਰ ਹੀ ਸਤਿਗੁਰੂ ਜ਼ਿਕਰ ਕਰ ਰਹੇ ਆ। ਨਹੀਂ ਪੱਥਰ ਹੀ ਲਿਖ ਦੇਣ ਸਿੱਧਾ, ਰਤਨ ਲਿਖ ਰਹੇ ਆ, ਹੀਰਾ ਲਿਖ ਰਹੇ ਆ, ਹੋਰ ਚੀਜ਼ਾਂ ਲਿਖ ਰਹੇ ਆ। ਫਿਰ ਪੱਥਰ ਤਾਂ ਕੋਈ 10 ਰੁਪਈਆਂ ਦਾ ਵੀ ਨਹੀਂ ਲੈਂਦਾ, ਹੀਰੇ ਨੂੰ ਕਿਉਂ 2-2 ਕਰੋੜ ਦਾ ਖਰੀਦਦੇ ਆ ਲੋਕ। ਪਾਗਲ ਤਾਂ ਲੋਕ ਹੈ ਨਹੀਂ। ਜਿਹੜੇ ਵੈਦ ਆ, ਜਦੋਂ ਕੋਈ ਦਵਾਈ ਕੰਮ ਨਹੀਂ ਕਰਦੀ, ਐਂਡ ਨੂੰ ਉਹ ਇਹਨਾਂ ਚੀਜ਼ਾਂ ਨੂੰ ਮਾਰ ਕੇ ਖਵਾਉਂਦੇ ਆ। ਰਤਨ ਮੋਤੀ ਪੀ ਕੇ ਦਿੰਦੇ ਆ, ਮੋਤੀ ਪਿਸ਼ਟੀ ਬਣਾ ਹਰ ਚੀਜ਼ ਦੀ ਕੋਈ ਨਾ ਕੋਈ ਪਿਸ਼ਟੀ ਬਣਦੀ ਆ ਸਾਰੇ ਰਤਨਾਂ ਦੀ, ਕਿ ਜਿੱਥੇ ਕੋਈ ਨਹੀਂ ਕੰਮ ਕਰਦਾ ਐਂਡ 'ਤੇ ਫਿਰ ਇਹ ਕੰਮ ਕਰਦੇ ਆ। ਜੇ ਕੁਦਰਤ ਨੇ ਇਹਨਾਂ ਨੂੰ ਕੋਈ ਵਰਦਾਨ ਦਿੱਤੇ ਆ ਤਾਂ ਹੀ ਇਹਨਾਂ ਨੂੰ ਖਾਧਾ ਜਾਂਦਾ, ਪਹਿਨਿਆ ਜਾਂਦਾ, ਤਾਂ ਹੀ ਸਤਿਗੁਰਾਂ ਨੇ ਇਹਨਾਂ ਦਾ ਨਾਂ ਲਿਆ। ਪਰ ਸਾਡੇ ਹੁਣ ਚੱਲ ਕੀ ਪਿਆ, ਅਸੀਂ ਨਿੰਦਣਾ ਤੇ ਅਸੀਂ ਟੋਕਣਾ ਦੂਸਰੇ ਨੂੰ। ਟੋਕਣਾ ਵੀ ਕਿਹਨੂੰ ਆ, ਵਿਚਾਰੇ ਆਪਦੇ ਭੈਣ ਭਾਈਆਂ ਨੂੰ ਝੱਲਣੀਆਂ ਪੈਂਦੀਆਂ ਸਾਡੀਆਂ। ਅਸੀਂ ਟੋਕ ਕੇ ਦਿਖਾਈਏ ਨਾ ਕਿਸੇ ਮੰਤਰੀ ਨੂੰ, ਕਿਸੇ ਵੱਡੇ ਨੂੰ, ਕਿਸੇ ਅਫਸਰ ਨੂੰ ਕਹਿ ਕੇ ਦਿਖਾਈਏ ਵੀ ਤੂੰ ਆਹ ਕਿਉਂ ਪਾਈ ਫਿਰਦਾ, ਇਹ ਮਨ ਮੱਤ ਆ ਜਾਂ ਆਏ ਆ। ਸਾਡਾ ਜ਼ੋਰ ਚੱਲਦਾ ਮਾੜਿਆਂ 'ਤੇ, ਫਿਰ ਸਾਨੂੰ ਇਹ ਵੀ ਨਹੀਂ ਪਤਾ ਸੱਚੀ ਇਹ ਮਨ ਮੱਤ ਹੈ ਕਿ ਕੀ ਆ। ਕੁਛ ਵੀ ਇੱਥੇ ਉਸ ਤਰ੍ਹਾਂ ਮਨ ਮੱਤ ਨਹੀਂ ਹੈ। ਤੁਹਾਨੂੰ ਜੀਵਨ ਦਿੱਤਾ ਕਰਤੇ ਪੁਰਖ ਨੇ, ਜਿਹੜੀਆਂ ਚੀਜ਼ਾਂ ਤੁਹਾਡੇ ਜੀਵਨ ਨੂੰ ਸਪੋਰਟ ਕਰਦੀਆਂ, ਜੀਵਨ ਕਿਸੇ ਗੱਲੋਂ ਥੱਲੇ ਨੂੰ ਜਾ ਰਿਹਾ, ਜੀਵਨ ਦੇ ਵਿੱਚ ਕੋਈ ਅਸਰ ਨਹੀਂ ਰਿਹਾ, ਜੀਵਨ ਦੇ ਵਿੱਚ ਤਾਕਤ ਨਹੀਂ ਰਹੀ, ਤੁਹਾਨੂੰ ਉਹੋ ਜਿਹੀਆਂ ਔਸਧੀਆਂ ਲੈਣੀਆਂ ਪੈਣੀਆਂ। ਕੁਛ ਚੀਜ਼ਾਂ ਐਸੀਆਂ ਜਿਹੜੀਆਂ ਪਹਿਨਣ ਨਾਲ ਹੀ ਜੀਵਨ 'ਚ ਹੁਲਾਰ ਆਉਂਦਾ, ਜਿਵੇਂ ਇਹਨਾਂ ਧਾਤਾਂ 'ਚ ਇੱਕ ਧਾਤ ਆ ਸਿਉਣਾ। ਸਿਉਣਾ ਪਹਿਨਣ ਦੇ ਨਾਲ ਬੰਦੇ 'ਚ ਪੋਜ਼ੀਟਿਵਿਟੀ ਆਉਂਦੀ ਆ, ਉਹਦੇ ਤੱਤ ਬਦਲਦੇ ਆ। ਹੀਰੇ ਜਵਾਹਰਤ ਪਹਿਨਣ ਦੇ ਨਾਲ ਬੰਦੇ 'ਚ ਗਰਿਮਾ ਆਉਂਦੀ ਹੈ। ਇੱਕ ਬਹੁਤ ਕੁਛ ਹੈ। ਇਹ ਜੋ ਦਿੱਤਾ ਨਾ ਅਕਾਲ ਪੁਰਖ ਨੇ ਸਾਡੇ ਲਈ ਆ, ਜਿਹੜਾ ਸਾਡੇ ਜੀਵਨ ਨੂੰ ਨਿਖਾਰਦਾ ਹੈ, ਉਹ ਸਾਨੂੰ ਪਹਿਨਣਾ ਚਾਹੀਦਾ। ਪਹਿਨਦੇ ਆ ਲੋਕ, ਰਾਜੇ ਮਹਾਰਾਜੇ ਗੁਰੂ ਪੀਰ ਸਭ ਪਹਿਨਦੇ ਰਹੇ ਆ।
ਪਰ ਸਾਡਾ ਜ਼ੋਰ ਹਰ ਚੀਜ਼ ਨੂੰ ਨਿੰਦਣ ਤੇ, ਟੋਕਣ ਤੇ, ਵਹਿਮ ਭਰਮ ਹੈ। ਨਹੀਂ, ਵਹਿਮ ਭਰਮ ਹੈਗੇ ਇਹ। ਜਦੋਂ ਕਿਸੇ ਨੂੰ ਲੋੜ ਪੈਂਦੀ ਹੈ ਤੇ ਬਾਹ ਪੈਂਦਾ ਨਾ, ਉਦੋਂ ਪਤਾ ਲੱਗਦਾ ਵੀ ਕਿਹੜੇ ਭਾਅ ਵਿਕਦੀ ਆ। ਹਰ ਬੰਦੇ ਤੇ ਵਕਤ ਪਏ ਤੋਂ ਪਤਾ ਲੱਗਦਾ ਹਰ ਚੀਜ਼ ਕਿਤੇ ਨਾ ਕਿਤੇ ਕੰਮ ਆਉਣ ਵਾਸਤੇ ਬਣਾਈ ਆ ਤੇ ਬਣੀ ਆ। ਇਹ ਨਾਮ ਰਤਨ, ਨਾਮ ਨੂੰ ਰਤਨ ਦੀ ਸੰਗਿਆ ਦਿੱਤੀ ਆ। ਤੁਸੀਂ ਹਿਸਾਬ ਲਾ ਲਓ, ਦੁਨੀਆ ਦੇ ਵਿੱਚ ਸਭ ਤੋਂ ਚੰਗਾ ਹੀ ਹੋਣਾ ਨਾ ਫਿਰ ਜਿਹਨੂੰ ਨਾਮ ਨਾਲ ਸੰਗਿਆ ਦਿੱਤੀ। ਨਹੀਂ ਤਾਂ ਸਤਿਗੁਰੂ ਲਿਖਦੇ ਨਾ ਇਹੋ ਜਿਹੀਆਂ ਗੱਲਾਂ। ਹੁਣ ਤਾਂ ਅਸੀਂ ਬਾਣੀ ਪੜ੍ਹਦੇ ਨਹੀਂ, ਜਿਹੜੀ 100-200 ਸਾਲ ਬਾਅਦ ਕਿਸੇ ਭਾਈ ਸਾਹਿਬ ਨੇ ਕਿਤਾਬ ਲਿਖਤੀ ਉਹ ਮੋਢੀ ਬਣਾ ਲਈ। ਉਹਦਾ ਕਰਕੇ ਹਰ ਕਾਸੇ ਨੂੰ ਕੰਡਮ, ਆ ਵੀ ਕੰਡਮ, ਆ ਵੀ ਕੰਡਮ। ਨਹੀਂ, ਜੇ ਸਤਿਗੁਰੂ ਉਹਦਾ ਨਾਂ ਲੈ ਸਕਦੇ ਆ, ਲਿਖ ਸਕਦੇ ਆ, ਤਾਂ ਉਹਦੇ 'ਚ ਕੋਈ ਗੱਲ ਹੈ। ਠੀਕ ਹੈ, ਸਾਡੀ ਪਹੁੰਚ ਹੈ ਨਹੀਂ ਪਾ ਸਕਦੇ, ਕੋਈ ਚੱਕਰ ਨਹੀਂ। ਨਾਮ ਰਤਨ ਜਿਨ ਗੁਰਮੁਖ ਪਾਇਆ, ਕਹਿੰਦੇ ਉਹ ਨਾਮ ਰੂਪੀ ਰਤਨ ਆ ਨਾ ਜਿਹੜਾ, ਕਿਹਨੇ ਪਾਇਆ? ਉਹ ਪਹਿਲਾਂ ਬੰਦਾ ਗੁਰਸਿੱਖ ਬਣਦਾ, ਗੁਰੂ ਦੀ ਸਿੱਖਿਆ ਧਾਰਨ ਕਰਦਾ, ਫਿਰ ਉਹ ਗੁਰੂ ਦੱਸਦਾ ਕਿ ਅੰਦਰ ਚੱਲ ਆਪਣੇ, ਸਭ ਕੁਛ ਘਰ ਮੇਂ ਹੈ, ਸਭ ਕੁਛ ਘਰ ਮੇਂ ਬਾਹਰ ਨਹੀਂ। ਅੰਦਰ ਜਾਣ ਵਾਸਤੇ ਕੀ ਹੈ? ਮੁੱਖ ਆਪਣਾ, ਆਪਣੀ ਸੁਰਤ, ਆਪਣੀ ਚੇਤਨਾ ਦੀ ਧਾਰਾ ਨੂੰ ਅੰਦਰ ਵੱਲ ਨੂੰ ਮੋੜ, ਪਵਨ ਗੁਰੂ ਵੱਲ ਨੂੰ ਮੋੜ। ਆਪਣਾ ਮੁੱਖ, ਆਪਣੀ ਸੁਰਤ ਪਵਨ ਗੁਰੂ ਦੇ ਚਰਨਾਂ 'ਚ ਲੈ ਜਾ। ਨਾਮ ਰਤਨ ਜਿਨ ਗੁਰਮੁਖ ਪਾਇਆ, ਤੇਰਾ ਮੁੱਖ ਗੁਰੂ ਵੱਲ ਹੋ ਗਿਆ, ਤੈਨੂੰ ਅੰਦਰੋਂ ਰਤਨ ਮਿਲੂਗਾ। ਤੇਰੇ ਅੰਦਰ ਸਪਾਇਆ ਵਾ ਸਾਰਾ ਕੁਝ, ਉਹ ਆਪ ਹੀ ਅੰਦਰ ਬੈਠਾ। ਨਾਮ ਰਤਨ ਜਿਨ ਗੁਰਮੁਖ ਪਾਇਆ, ਤਾਕੀ ਪੂਰਨ ਘਾਲਾ। ਤੁਹਾਡੀ ਇਹ ਘਾਲ ਕੀਤੀ, ਇਹ ਕਮਾਈ ਕੀਤੀ, ਪੂਰਨ ਹੋ ਜਾਣੀ ਆ, ਕਰਤੇ ਨਾਲ ਮਿਲਾਪ ਹੋ ਜਾਣਾ। ਉਹ ਅੰਦਰ ਆ, ਅੰਦਰ ਕੱਲਾ ਪਵਨ ਗੁਰੂ ਲੈ ਜਾਂਦਾ। ਦੂਜੇ ਜਿੰਨੇ ਪਾਠ, ਪੂਜਾ, ਕਰਮ ਕਾਂਡ, ਸੇਵਾ, ਸਿਮਰਨ ਸਾਰਾ ਬਾਹਰ ਰਹਿ ਜਾਣਾ। ਅੰਤਰਾਤਮੇ ਜਾਣ ਲਈ ਤੁਹਾਨੂੰ ਆਪਣੀ ਸੁਰਤ ਨੂੰ ਪਵਨ ਗੁਰੂ ਦੇ ਨਾਲ ਨਾਲ ਲਿਜਾਣਾ ਪੈਣਾ। ਇਹ ਕਿਰਿਆ ਕਰੇ ਬਿਨਾਂ ਜੀਵਨ ਮੁਕਤ ਨਹੀਂ ਹੋਇਆ ਜਾਂਦਾ। ਕਲ ਕਲੇਸ਼ ਮਿਟੇ ਦੁੱਖ ਸਗਲੇ, ਕਾਟੀ ਜਮ ਕੀ ਫਾਸਾ। ਤੇ ਜਦੋਂ ਹੀ ਤੁਹਾਨੂੰ ਉਹ ਨਾਮ ਰਤਨ ਮਿਲ ਜਾਂਦਾ, ਤੁਹਾਡੀ ਘਾਲ ਪੂਰਨ ਹੋ ਜਾਂਦੀ ਹੈ। ਮਹਾਰਾਜ ਕਹਿੰਦੇ ਫਿਰ ਇਹ ਨਹੀਂ ਹੈਗਾ ਕਿ ਉੱਧਰੋਂ ਤੁਹਾਡੀ ਕੁੰਡੀ ਉੱਧਰ ਪੈ ਗਈ, ਤੁਹਾਡੀ ਆਉਣੀ ਜਾਣੀ ਉਹ ਸਾਹਬ ਨਾ ਹੋ ਗਈ। ਜਿਹੜਾ ਮਾਲਕ ਹੈ ਪੂਰੀ ਕਾਇਨਾਤ ਦਾ, ਜਿਹਨੂੰ ਰਤਨ ਕਿਹਾ, ਉਹਦੇ ਨਾਲ ਆਉਣੀ ਜਾਣੀ ਬਣ ਗਈ ਤੇ ਫਿਰ ਵੀ ਕਲ ਕਲੇਸ਼ ਰਹਿਣਗੇ। ਨਹੀਂ, ਕਲ ਕਲੇਸ਼ ਮਿਟੇ ਦੁੱਖ ਸਗਲੇ। ਮਹਾਰਾਜ ਕਹਿੰਦੇ ਹਰ ਤਰ੍ਹਾਂ ਦੇ ਕਲ ਕਲੇਸ਼ ਮਿਟ ਜਾਣੇ ਆ, ਦੁੱਖ ਸਗਲੇ ਸਾਰੇ। ਕਾਟੀ ਜਮ ਕੀ ਫਾਸਾ, ਜਮ ਜਿਹੜਾ ਨਿਯਮ ਦੇ ਵਿੱਚ ਆਉਂਦਾ, ਜਿਹੜਾ ਨਿਯਮਾਂ ਤਹਿਤ ਪਕੜ ਸਕਦਾ, ਜਿਹੜਾ ਨਿਯਮਾਂ ਤਹਿਤ ਤੁਹਾਨੂੰ ਲਿਜਾ ਸਕਦਾ, ਉਹਦੀ ਵੀ ਫਾਹੀ ਕੱਟਤੀ ਕਿ ਇਹ ਤਾਂ ਜੀਵਨ ਮੁਕਤ ਹੋ ਚੱਲਿਆ। ਇਹ ਤੋਂ ਝਾਕ ਨਾ ਰੱਖੀ ਕਿ ਇਹ ਆਹ ਕਰੂਗਾ ਜਾਂ ਆਹ ਕਰੂਗਾ, ਇਹਨੂੰ ਇੱਥੇ ਜਾਣਾ ਜ਼ਰੂਰੀ ਹੈ, ਇੱਥੇ ਬਹਿਣਾ ਜ਼ਰੂਰੀ, ਆਹ ਕਰਨਾ ਜ਼ਰੂਰੀ ਹੈ। ਨੋ, ਜਿਹੜਾ ਅੰਦਰ ਪਹੁੰਚ ਗਿਆ ਉਹ ਮਾਲਕ ਦੀ ਗੋਦ 'ਚ ਚਲਿਆ ਗਿਆ। ਉਹਦੇ 'ਤੇ ਕਿਸੇ ਜਮ ਦਾ ਕੋਈ ਅਸੂਲ, ਕਿਸੇ ਧਰਮ ਰਾਜ ਦਾ ਕੋਈ ਅਸੂਲ ਲਾਗੂ ਨਹੀਂ ਹੁੰਦਾ। ਕੋਈ ਗ੍ਰਹਿ ਨਛੱਤਰ ਫਿਰ ਉਹਦੇ 'ਤੇ ਅਸਰ ਨਹੀਂ ਕਰਦਾ, ਜਿਹੜਾ ਅੰਤਰਾਤਮੇ ਚਲਿਆ ਗਿਆ। ਇਹ ਸਿਸਟਮ ਆ ਕਦੋਂ ਸਤਿਗੁਰ ਦੇ ਦੱਸੇ ਹੋਏ। ਕਲ ਕਲੇਸ਼ ਮਿਟੇ ਦੁੱਖ ਸਗਲੇ, ਕਾਟੀ ਜਮ ਕੀ ਫਾਸਾ। ਕਹੋ ਨਾਨਕ ਪ੍ਰਭ ਕਿਰਪਾ ਧਾਰੀ, ਮਨ ਤਨ ਭਏ ਵਿਗਾਸਾ। ਗੁਰੂ ਸਾਹਿਬ ਕਹਿੰਦੇ, ਨਾਨਕ ਨਾਮ ਦੀ ਮੋਹਰ ਲਾ ਕੇ ਦੱਸਦੇ ਨੇ, ਕਹਿੰਦੇ ਕਹੋ ਨਾਨਕ ਪ੍ਰਭ ਕਿਰਪਾ ਧਾਰੀ। ਕਿਰਪਾ ਉੱਧਰੋਂ ਹੁੰਦੀ ਹੈ, ਪਹਿਲਾਂ ਗੁਰਪ੍ਰਸਾਦ ਵਾਪਰਦਾ। ਮਨ ਤਨ ਭਏ ਵਿਗਾਸਾ, ਹੋ ਕੀ ਗਿਆ? ਮਨ ਦੇ ਵਿੱਚ ਵੀ ਪ੍ਰਸੰਨਤਾ, ਤਨ ਦੇ ਵਿੱਚ ਵੀ ਪ੍ਰਸੰਨਤਾ। ਮਨ ਤੇ ਤਨ ਦੋਨੋਂ ਇੱਕੋ ਸਿੱਕੇ ਦੇ ਦੋ ਪਾਸੇ ਹੈ। ਭਾਵੇਂ ਤਨ ਵਾਲੇ ਪਾਸਿਓਂ ਸ਼ੁਰੂ ਕਰ ਲਓ, ਭਾਵੇਂ ਮਨ ਵਾਲਿਓ ਕਰ ਲਓ। ਤਨ ਨੂੰ ਇੱਕ ਥਾਂ ਟਿਕਾਉਣਾ ਸ਼ੁਰੂ ਕਰ ਦਿਓ, ਇੱਕ ਆਸਣ 'ਚ ਬਹਾਉਣਾ ਸ਼ੁਰੂ ਕਰ ਦਿਓ, ਹੌਲੀ ਹੌਲੀ ਮਨ ਨੇ ਟਿਕ ਜਾਣਾ। ਮਨ ਨੂੰ ਗੁਰਬਾਣੀ ਦੇ ਲੜ ਲਾ ਕੇ ਟਿਕਾਉਣਾ ਸ਼ੁਰੂ ਕਰ ਦਿਓ, ਕਿਸੇ ਇੱਕ ਗੱਲ 'ਤੇ, ਇੱਕ ਸ਼ਬਦ 'ਤੇ, ਇੱਕ ਧੁਨ 'ਤੇ, ਤਨ ਨੇ ਟਿਕ ਜਾਣਾ। ਇਹ ਦੋਨੋਂ ਗੱਲਾਂ ਵਾਪਰਦੀਆਂ। ਕਹੋ ਨਾਨਕ ਪ੍ਰਭ ਕਿਰਪਾ ਧਾਰੀ, ਮਨ ਤਨ ਭਏ ਵਿਗਾਸਾ। ਮਨ ਪ੍ਰਸੰਨ ਹੋ ਗਿਆ, ਵਿਗਾਸ ਦੀ ਹਾਲਾਤ ਬਣ ਗਈ। ਹਰ ਪਾਸੇ ਨਿਪੁੰਨਤਾ, ਚੜ੍ਹਦੀ ਕਲਾ, ਕਿਰਪਾ। ਬੜੀਆਂ ਰਹਿਮਤਾਂ ਸਤਿਗੁਰੂ ਕਰਦੇ ਆ, ਬੜੀਆਂ ਹੀ ਰਹਿਮਤਾਂ ਕਰਦੇ ਆ।
ਅਸੀਂ ਜਾਣੀਏ ਉਹਨਾਂ ਦੇ ਦਿੱਤੇ ਸੂਤਰਾਂ ਨੂੰ। ਗੁਰੂ ਨਾਨਕ ਦੇ ਘਰ ਨੇ ਕਦੇ ਕਿਸੇ ਚੀਜ਼ ਨੂੰ ਕੰਡਮ ਨਹੀਂ ਕੀਤਾ। ਗੁਰੂ ਨਾਨਕ ਦਾ ਘਰ ਮੰਨਦਾ ਕਿ ਕਰਤੇ ਪੁਰਖ ਦੀਆਂ ਖੇਡਾਂ ਹੈ। ਹਰ ਚੀਜ਼ ਟਾਈਮ ਟਾਈਮ 'ਤੇ ਕੰਮ ਆਉਂਦੀ ਹੈ, ਹਰ ਚੀਜ਼ ਟਾਈਮ ਟਾਈਮ 'ਤੇ ਤਿਆਗੀ ਜਾਂਦੀ ਹੈ। ਸਮੇਂ ਸਮੇਂ ਦੀ ਗੱਲ ਆ। ਤੁਸੀਂ ਕਿਸੇ 'ਤੇ ਲਾਗੂ ਨਹੀਂ ਕਰ ਸਕਦੇ, ਕਿਸੇ ਤੋਂ ਲਾਹ ਨਹੀਂ ਸਕਦੇ। ਹਰ ਬੰਦਾ, ਅੱਜ ਕੋਈ ਬੱਚਾ ਪਹਿਲੀ ਦੇ ਵਿੱਚ ਹੈ, ਉਹਨੂੰ ਅਸੀਂ ਇੱਕਦਮ ਘੋਲ ਕੇ BA MA ਦੀ ਪੜ੍ਹਾਈ ਉਹਦੇ ਸਿਰ 'ਚ ਨਹੀਂ ਪਾ ਸਕਦੇ। ਉਹਨੂੰ 20 ਸਾਲ ਲੱਗਣੇ ਆ MA 'ਤੇ ਕਰਾਉਣ ਨੂੰ। ਉਹਦੇ ਲਈ ਉਹੀ ਠੀਕ ਹੈ। ਊੜਾ ਉੱਠ ਆਰੰਭ ਈੜੀ ਇੱਥੇ ਆਹੀਂ ਠੀਕ ਆ। A ਐਪਲ B ਬੈਟ C ਕੈਟ ਉਹਦੇ ਲਈ ਇਹੀ ਠੀਕ ਆ। ਉਹਨੂੰ ਨਾ ਇੱਕਦਮ ਹੀ ਅਹਮ ਬ੍ਰਹਮਸਮੀ ਸਿਖਾਈਏ। ਨਿੱਕੇ ਨਿੱਕੇ ਬੱਚਿਆਂ ਨੂੰ ਬੋਝ ਬਣਾ ਦੇ, ਉੱਠੋ 2:30 ਵਜੇ ਆਹ ਕਰੋ ਉਹ ਕਰੋ। ਲੋ 8 ਘੰਟੇ ਨੀਂਦ ਬਹੁਤ ਜ਼ਰੂਰੀ ਆ ਹਰ ਬੱਚੇ ਨੂੰ। ਬੱਚੇ ਨੂੰ ਤਾਂ ਇਦੋਂ ਵੀ ਵੱਧ ਜ਼ਰੂਰੀ ਆ। ਆਮ ਕਰੋੜ ਆਦਮੀ ਨੂੰ 6 ਤੋਂ 8 ਘੰਟੇ। ਬਾਕੀ ਟਾਈਮ ਦੇ ਵਿੱਚੋਂ ਟਾਈਮ ਕੱਢ ਕੇ ਜੁੜੋ ਕਰਤੇ ਨਾ, ਤੇ ਟਾਈਮ ਆਊਗਾ ਉਹਨੇ ਤੁਹਾਡੀ ਨੀਂਦ ਨੂੰ ਆਪੇ ਘਟਾ ਲੈਣਾ। ਤੁਹਾਡੇ ਅੰਦਰ ਸੈਟਿੰਗਾਂ ਹੋਣਗੀਆਂ। ਕਿਸੇ ਇਸ ਗੱਲ ਦੀ ਝਾਕ 'ਚ ਕਿ ਕੁਛ ਵਾਪਰੂਗਾ, ਕੁਛ ਹੋਊਗਾ, ਸਣੇ ਆਪ ਤੇ ਸਣੇ ਜਵਾਕਾਂ ਨੂੰ ਦਵੱਲੀ ਫਿਰਨਾ ਬਹੁਤ ਵੱਡੀ ਗਲਤੀ ਆ। ਅਖੀਰ ਸਾਡੇ ਕੋਲ ਆਉਂਦੇ ਆ ਗੁਰੂ ਘਰ ਬੱਚੇ, ਜਦੋਂ ਸੁਣਦੇ ਆ ਆਏਂ ਭੱਜਦੇ ਆ ਘਰੋਂ ਜਿਵੇਂ ਕੈਦ 'ਚੋਂ ਨਿਕਲੇ ਹੁੰਦੇ ਆ। ਫਿਰ ਉਹ ਸਾਰਾ ਕੁਛ ਹੀ ਤਿਆਗ ਜਾਂਦੇ ਆ। ਨਾਂ ਤੱਕ ਤੋਂ ਨਫ਼ਰਤ ਕਰਨ ਲੱਗ ਜਾਂਦੇ ਆ, ਧਰਮ ਦੇ ਤੋਂ, ਰੱਬ ਦੇ ਤੋਂ। ਤੇ ਜਦੋਂ ਇੱਥੇ ਗੱਲਾਂ ਕਰੀਦੀਆਂ, ਦੱਸੀਦਾ, ਫਿਰ ਉਹ ਮੰਨਦੇ ਆ। ਕਹਿੰਦੇ ਜੇ ਇਸ ਤਰ੍ਹਾਂ ਸਮਝਾਇਆ ਹੁੰਦਾ ਫਿਰ ਕਾਹਨੂੰ ਚੱਕਰ ਪੈਂਦੇ। ਸਾਨੂੰ ਤੱਕ ਡੰਡੇ ਨਾਲ ਵੀ ਉੱਠੋ। ਹੁਣ ਮਜਬੂਰ ਸੀਗੇ, ਮਾਂ ਪਿਓ ਦੇ ਘਰੇ ਰਹਿੰਦੇ ਸੀ, ਉੱਠਣਾ ਪੈਂਦਾ ਬਈ, ਫਿਰ ਕਰੀਏ ਕੀ। ਪਰ ਜਿੱਦਾਂ ਹੀ ਆਪਦੀ ਕੋਈ ਦਾ ਲੱਗਿਆ, ਦੇਸ਼ ਵਿਦੇਸ਼ ਚਲੇ ਗਏ, ਮੁੜ ਕੇ ਬਹੁਤਿਆਂ ਨੇ ਤਾਂ ਫੋਨ ਹੀ ਬੰਦ ਕਰ ਲਏ ਵੀ ਕੋਈ ਨਾ, ਜਿੱਦੇ ਜੀ ਕਰੂਗਾ ਫੋਨ ਕਰਾਂਗੇ, ਸਾਨੂੰ ਐਡੀ ਲੋੜ ਨਹੀਂ, ਪਹਿਲਾਂ ਆਰਾਮ ਕਰ ਲਈਏ ਜਿਹੜਾ ਬਚਪਨ ਤੋਂ ਲੈ ਕੇ ਟਿਕਣ ਨਹੀਂ ਦਿੱਤਾ ਸਾਨੂੰ। ਗੁਰੂ ਸਾਹਿਬ ਇੱਕ ਸਹਿਜ ਮਾਰਗ ਦਿੰਦੇ ਆ, ਚੜ੍ਹਦੀ ਕਲਾ ਵਾਲਾ ਮਾਰਗ ਦਿੰਦੇ ਆ। ਸੁੱਤੇ ਪਿਆਂ ਵੀ ਉਹ ਸ਼ਕਤੀ ਕੰਮ ਕਰਦੀ ਹੈ, ਜਿਹੜੀ ਜੀਵਨ ਊਰਜਾ ਨਾ, ਜਿਹੜੀ ਵਿਸ਼ਵ ਸ਼ਕਤੀ ਆ, ਜਿਹੜੀ ਸਿਰ 'ਤੇ ਸਾਰਾ ਦਾਰੋਮਦਾਰ ਚੱਲਦਾ। ਉਹਦੇ ਲਈ ਸਾਡੀ ਗੂੜ੍ਹੀ ਨੀਂਦ ਬਹੁਤ ਜ਼ਰੂਰੀ ਆ। ਸਾਡੇ ਜਾਗਦਿਆਂ ਹੋਇਆਂ ਉਹ ਕੰਮ ਨਹੀਂ ਕਰ ਸਕਦੀ ਸ਼ਕਤੀ। ਜਦੋਂ ਅਸੀਂ ਘੂਕ ਸੌਂਦੇ ਆ, ਉਹਦੀ ਉਹ ਡਾਊਨਲੋਡ ਹੁੰਦੀ ਹੈ ਸਾਡੇ, ਜਿਹੜੀ ਸਾਨੂੰ ਠੀਕ ਰੱਖਦੀ ਹੈ। ਇਹੀ ਤਾਂ ਕਾਰਨ ਹੈ ਜਦੋਂ ਕਿਸੇ ਬੰਦੇ ਦੀ ਨੀਂਦ ਘਟ ਜਾਂਦੀ ਹੈ ਤਾਂ ਉਹ ਅਪਸੈਟ ਹੋ ਜਾਂਦਾ, ਬਿਮਾਰ ਰਹਿਣ ਲੱਗ ਜਾਂਦਾ। ਉਹ ਸੁੱਤਾ ਪਿਆ ਵੀ ਉਹਦੀ ਯਾਦ 'ਚ ਹੀ ਪਿਆ। ਜਿਵੇਂ ਮਛਲੀ ਸਮੁੰਦਰ ਦੇ ਵਿੱਚ ਪਾਣੀ 'ਚ ਹੀ ਆ, ਉਹ ਕਿਤੇ ਭੱਜ ਨਹੀਂ ਸਕਦੀ। ਆਪਾਂ ਸਾਰੇ ਕਾਲ ਪੁਰਖ ਦੀ ਗੋਦ ਦੇ ਵਿੱਚ ਹੀ ਆ, ਉਹ ਸਮੇਂ ਦੇ ਅਧੀਨ ਹੀ ਆ। ਆਹ ਬਵੰਡਰ ਸਾਰੀ ਊਰਜਾ ਦੇ ਉਹਦੇ ਹੀ ਆ ਜਿਹਦੇ 'ਚ ਆਪਾਂ ਬੈਠੇ ਆ। ਕੋਈ ਲਹਿ ਦੀ ਮਾਰ ਨਹੀਂ ਮਾਰ ਲਓਗੇ ਤੁਸੀਂ। ਸਹਿਜ ਮਤੇ ਨਾ ਚਲੋ। ਜੋ ਪੁੱਛਣਾ ਗੁਰੂ ਨਾਨਕ ਤੋਂ ਪੁੱਛੋ। ਸਾਡੇ ਜਿੰਨਾ ਚੱਕਰ ਪਿਆ ਵਾ ਨਾ, ਅਸੀਂ ਜਿਹੜਾ ਵੇਖ ਰਹੇ ਹਾਂ ਜਾਗ ਕੇ ਹੋਸ਼ ਨਾ, ਉਹ ਇਸ ਕਰਕੇ ਪਿਆ ਵਾ, ਅਸੀਂ ਪੱਤਿਆਂ 'ਤੇ ਪਾਣੀ ਛਿੜਕ ਰਹੇ ਹਾਂ। ਅਸੀਂ ਸੱਚੇ ਆਪਦੇ ਜਾਣੀ। ਸਾਨੂੰ ਪਤਾ ਕਿਸੇ ਗੁਰੂ ਨੇ, ਪੀਰ ਨੇ ਸਾਨੂੰ ਕਿਹਾ ਵੀ ਪਾਣੀ ਪਾਉਣ ਨਾਲ ਦਰਖਤਾਂ ਦਾ ਭਲਾ ਹੁੰਦਾ, ਫਲ ਫੁੱਲ ਲੱਗਦੇ ਆ। ਪਰ ਪਾਣੀ ਪਾਉਣਾ ਕਿੱਥੇ ਅਸੀਂ ਭੁੱਲ ਗਏ। ਅਸੀਂ ਪਾਣੀ ਪੱਤਿਆਂ 'ਤੇ ਛਿੜਕ ਰਹੇ ਹਾਂ। ਅਸੀਂ ਉਲਟਾ ਸ਼ੁਰੂ ਕਰ ਰਹੇ ਹਾਂ। ਪੱਤਿਆਂ ਕੋਲੇ ਕੋਈ ਰੂਟ ਨਹੀਂ ਐਸਾ ਕਿ ਉਹਨਾਂ ਨੂੰ ਪਾਣੀ ਮਿਲੇ ਤਾਂ ਜੜ੍ਹਾਂ ਨੂੰ ਪਹੁੰਚਾ ਦੇਣ। ਪਾਣੀ ਜੜ੍ਹ 'ਚ ਜਾਣਾ ਚਾਹੀਦਾ। ਸਾਡੀ ਨਿਉ ਜੜ੍ਹ ਗੁਰੂ ਨਾਨਕ ਆ। ਸਾਡੀ ਨਿਉ ਜੜ੍ਹ ਇੱਕ ਓਅੰਕਾਰ ਹੈ। ਸਾਡੀ ਨਿਉ ਜੜ੍ਹ ਜਪਜੀ ਸਾਹਿਬ ਆ। ਸ਼ੁਰੂਆਤ ਇੱਥੋਂ ਕਰਨਾ ਪੈਣਾ, ਗੁਰੂ ਨਾਨਕ ਦੇ ਚਰਨਾਂ ਤੋਂ। ਗੁਰੂ ਨਾਨਕ ਦੇ ਚਰਨਾਂ ਤੋਂ ਦੀਕਸ਼ਾ ਲੈ ਕੇ ਪਹਿਲਾਂ ਬਾਣੀ ਜਪਜੀ ਸਾਹਿਬ ਹੀ ਸਮਝਣਾ ਪੈਣਾ ਇਕੱਲਾ। ਜਿਹੜੀ ਤਰ੍ਹਾਂ ਮਰਜ਼ੀ ਸਮਝ ਲਓ, ਜਿੰਨੇ ਮਰਜ਼ੀ ਟੀਕੇ ਪੜ੍ਹ ਲਓ, ਕੁਛ ਕਰ ਲਓ, ਅਸਲੀ ਅਨੁਭਵ ਤੁਹਾਡੇ ਅੰਦਰੋਂ ਜਾਗੂਗਾ ਪੜ੍ਹ ਕੇ। ਸਾਨੂੰ ਤਾਂ ਇੱਕ ਬਹਾਨਾ ਤੇ ਆ ਗਿਆ, ਮਹਾਰਾਜ ਨੇ ਕਿਹਾ ਪੜ੍ਹ ਗੱਡੇ ਲੱਦੀ ਹੈ ਜੀ। ਨਹੀਂ, ਆਏਂ ਬੜਾ ਪੜ੍ਹਨ ਨੂੰ ਨਹੀਂ ਕਿਹਾ, ਉਹਨੂੰ ਨਹੀਂ ਕਿਹਾ। ਪੜ੍ਹਨਾ ਪੈਣਾ, ਤਪੱਸਿਆ ਕਰਨੀ ਪੈਣੀ ਹੈ, ਮਿਹਨਤ ਕਰਨੀ ਪੈਣੀ ਹੈ। ਸਾਡਾ ਅਸਲੀ ਰੂਟ, ਸਾਡੀ ਨਿਉ ਜੜ੍ਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਆ। ਤੇ ਗੁਰੂ ਨਾਨਕ ਦੇ ਘਰ ਤੋਂ, ਗੁਰੂ ਨਾਨਕ ਦੇ ਕੋਲੋਂ ਜੜ ਨੇ ਚੱਲਣਾ। ਇੱਕ ਓਅੰਕਾਰ ਤੋਂ ਜੜ ਲੱਗਦੀ ਆ। ਖੰਡਾਂ ਬ੍ਰਹਮੰਡਾਂ ਦਾ ਸਾਰਾ ਸਿਸਟਮ ਇੱਕ ਓਅੰਕਾਰ ਤੋਂ ਚੱਲਦਾ।
ਜਿਵੇਂ ਜਿਵੇਂ ਬਾਣੀ ਪੜਾਂਗੇ ਉਵੇਂ ਉਵੇਂ ਸੰਤ ਬਣਾਂਗੇ। ਆਮ ਤੋਂ ਪਹਿਲਾਂ ਜਗਿਆਸੂ ਬਣਾਂਗੇ, ਜਗਿਆਸੂ ਤੋਂ ਸਾਧੂ ਹੋਵਾਂਗੇ, ਸੰਤ ਹੋਵਾਂਗੇ, ਬ੍ਰਹਮ ਗਿਆਨੀ ਹੋਵਾਂਗੇ। ਇਹ ਜਾਣਨਾ ਪੈਣਾ। ਪਹਿਲਾਂ ਬਾਣੀ ਨੂੰ ਸੁਣੋ, ਪੜ੍ਹੋ, ਸਮਝੋ, ਫਿਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਆ ਸਾਡੇ ਕੋਲ। ਪਹਿਲਾਂ ਗੁਰਬਾਣੀ ਪੜ੍ਹੀ ਹੋਊ, ਇਤਿਹਾਸ ਦੀ ਕੋਈ ਘਟਨਾ ਤੁਹਾਨੂੰ ਗੁਰਬਾਣੀ ਨੂੰ ਪਾਸੇ ਕਰਕੇ ਦਿਮਾਗ ਤੇ ਬੋਝ ਨਹੀਂ ਪਾਊਗੀ। ਕਿਉਂਕਿ ਇਸ ਗੱਲ ਨੂੰ ਹਮੇਸ਼ਾ ਚੇਤੇ ਰੱਖੋ, ਇਤਿਹਾਸ ਦੀ ਕੋਈ ਵੀ ਬੁੱਕ ਪੜ੍ਹਨ ਲੱਗਿਆ, ਇਤਿਹਾਸ ਪੜ੍ਹਨ ਲੱਗਿਆ, ਅੱਜ ਕਿੰਨਾ ਫਾਰਵਰਡ ਜ਼ਮਾਨਾ, ਕਿੰਨਾ ਅੱਗੇ ਲੰਘ ਚੁੱਕਿਆ। ਤੁਸੀਂ ਕਿਸੇ ਜਗ੍ਹਾ ਜਾਓ, ਜਾਂ ਮੰਨ ਲਓ ਤੁਹਾਡੇ ਘਰੇ ਕੋਈ ਸੰਤ ਮਹਾਂਪੁਰਸ਼ ਆਉਂਦੇ ਆ, ਉਹ ਖੁਦ ਵੀ ਇੱਕ ਵੀਡੀਓ ਬਣਾਉਂਦੇ ਤੁਰੇ ਆਉਂਦੇ ਆ। ਤੁਹਾਡੇ ਘਰੇ ਆਏ CCTV ਕੈਮਰੇ ਲੱਗੇ ਹੋਏ ਆ, ਤੁਸੀਂ ਵੀ ਉੱਥੇ ਫਿਲਮਾਂ ਬਣਾ ਰਹੇ ਹੋ, ਤੁਸੀਂ ਵੀਡੀਓ ਬਣਾ ਰਹੇ ਹੋ। ਉਹਨਾਂ ਨੇ ਜੋ ਬੋਲਿਆ, ਜੋ ਕਰਿਆ, ਸਾਰਾ ਰਿਕਾਰਡ ਆ। ਤੇ ਉਦੋਂ ਬਾਅਦ ਤੁਸੀਂ ਉਹਨਾਂ ਦੀ ਉਸ ਯਾਤਰਾ ਬਾਰੇ, ਉਹ ਫੇਰੀ ਬਾਰੇ ਲਿਖੋ ਕਿਤਾਬ। 8-10 ਜਾਣਿਆਂ ਨੂੰ, ਜਿਹੜੇ ਗਵਾਹ ਸੀ ਉੱਥੇ, ਆਪ ਅੱਖੀਂ ਜਿਨ੍ਹਾਂ ਨੇ ਸੁਣਿਆ, ਕੰਨੀ ਸੁਣਿਆ, ਅੱਖੀਂ ਦੇਖਿਆ, ਉਹਨਾਂ ਦੀ ਡਿਊਟੀਆਂ ਲਾ ਦੇ ਵੀ ਸੰਤਾਂ ਦਾ ਆਪਦੇ ਸਥਾਨ ਤੋਂ ਇਸ ਘਰੇ ਚੱਲ ਕੇ ਆਉਣਾ ਤੇ ਇੱਥੋਂ ਵਾਪਸ ਜਾਣ ਦਾ ਇਹ ਜਿਹੜਾ ਯਾਤਰਾ ਇੰਨੀ ਕੁ, ਇਹਦੇ ਬਾਰੇ ਕਿਤਾਬਾਂ ਲਿਖੋ। ਤੁਸੀਂ ਯਕੀਨ ਮੰਨੋ, ਨਾਲੇ ਵੀਡੀਓ ਹੈਗੀਆਂ ਸਾਹਮਣੇ, ਆਡੀਓ ਕੋਲ ਆ, ਉਹਨਾਂ ਬਾਰੇ ਪੂਰੇ ਤੌਰ 'ਤੇ ਫਿਰ ਵੀ ਨਹੀਂ ਲਿਖਿਆ ਜਾ ਸਕਦਾ। ਉਹਨਾਂ ਬਾਰੇ ਨਹੀਂ ਕੋਈ ਦੱਸ ਸਕੂਗਾ। ਬਾਅਦ ਤੋਂ ਬਾਅਦ ਦੀਆਂ ਗੱਲਾਂ ਨੋਟ ਕਰ ਲੂ, ਫਲਾਨੀ ਗੱਡੀ ਸੀ, ਇੰਨੇ ਵਜੇ ਆਏ, ਆਹ ਗੱਲਾਂ ਬੋਲ ਗਏ, ਉਹ ਕਿਹੋ ਜਿਹੇ ਸੀ, ਕੀ ਸਿਸਟਮ ਸੀ, ਸਾਰਾ ਕੁਝ ਨਹੀਂ ਕੋਈ ਬਿਆਨ ਕਰ ਸਕਦਾ। 10 ਦੇ ਬਿਆਨ ਅੱਡੋ ਅੱਡੀ ਹੋਣਗੇ। ਤੇ ਕੀ ਤੁਸੀਂ ਸਮਝ ਸਕਦੇ ਹੋ ਵੀ 200 ਸਾਲ ਬਾਅਦ ਕੋਈ ਬੰਦਾ ਗੱਲ ਲਿਖੇ ਕਿ ਜਦੋਂ ਫਲਾਣੇ ਥਾਂ ਗਏ ਆ, ਇਸ ਤਰ੍ਹਾਂ, ਤੇ ਫਿਰ ਲਿਖੇ ਉਹ ਜਿਹੜੀ ਗੁਰਬਾਣੀ ਦੇ ਹਿਸਾਬ ਨਾਲ ਹੋ ਹੀ ਨਹੀਂ ਸਕਦੀ। ਤਾਂ ਤੁਹਾਨੂੰ ਆਪੇ ਹੀ ਸਤਿਗੁਰਾਂ ਨੇ ਗਵਾਹੀ ਪਾ ਦੇਣੀ ਆ ਕਿ ਗੁਰੂ ਗ੍ਰੰਥ ਸਾਹਿਬ ਦੇ ਹਿਸਾਬ ਨਾਲ ਜਿਹੜੀ ਗੱਲ ਹੈ ਨਹੀਂ, ਸਮਝ ਲਓ ਹੈ ਨਹੀਂ। ਤੇ ਜੇ ਹੈਗੀ ਵੀ, ਅਸੀਂ ਉਹ ਤੋਂ ਲੈਣਾ ਵੀ ਕੀ ਆ। ਜਿਹੜੀ ਸਾਨੂੰ ਸੰਤ ਨਹੀਂ ਹੋਣ ਦਿੰਦੀ, ਉਹਨੇ ਸਾਨੂੰ ਸਿਪਾਹੀ ਵੀ ਨਹੀਂ ਹੋਣ ਦੇਣਾ। ਇਹ ਗੱਲ ਅਸੀਂ ਚੇਤੇ ਰੱਖਣੀ ਹੈ। ਸਤਿਗੁਰਾਂ ਨੇ ਸਾਨੂੰ ਬਾਣੀ ਦਿੱਤੀ ਹੋਈ ਹੈ, ਸਾਡੀ ਨਿਉ ਜੜ ਹੈ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ। ਉਹਨਾਂ ਤੋਂ ਜਦੋਂ ਉਹਨਾਂ ਦੇ ਚਰਨਾਂ 'ਚ ਬੈਠਾਂਗੇ, ਉਹਨਾਂ ਤੋਂ ਸਿੱਖਿਆ ਲਵਾਂਗੇ, ਦੀਖਿਆ ਲਵਾਂਗੇ, ਉਹਨਾਂ ਦੀ ਬਾਣੀ ਪੜ੍ਹਾਂਗੇ, ਬਾਣੀ ਨੇ ਆਪ ਹੀ ਬੋਲ ਬੋਲ ਅਰਥ ਦੱਸ ਦੇਣੇ ਆ। ਕੁਛ ਗੱਲਾਂ ਤਾਂ ਇਹੋ ਜਿਹੀਆਂ ਜਿਹੜੀਆਂ ਦੱਸੀ ਜਾਂਦੀ ਹੈ ਬਾਣੀ, ਉਹਨਾਂ ਦੇ ਕੋਈ ਬਹੁਤੇ ਅਰਥ ਕਰਨ ਦੀ ਵੀ ਲੋੜ ਨਹੀਂ। ਇਸ ਕਰਕੇ ਬੇਨਤੀ ਆ, ਆਪਾਂ ਜੁੜੀਏ ਗੁਰਬਾਣੀ ਨਾਲ, ਸੰਤ ਦਾ ਰੂਪ ਧਾਰਨ ਕਰੀਏ। ਸੰਤ ਤੋਂ ਬਾਅਦ ਫਿਰ ਸਿਪਾਹੀ ਦਾ ਰੂਪ ਹੋਵੇ। ਇਹ ਨਾ ਹੋਵੇ ਪਹਿਲਾਂ ਸਿਪਾਹੀ ਵਾਲਾ ਬਾਣਾ ਦੇ ਦਈਏ ਤੇ ਸੰਤ ਹੋਣ ਦਾ ਤਾਂ ਟਾਈਮ ਹੀ ਨਹੀਂ ਮੁੜ ਕੇ। ਤੇ ਜਿੰਨਾ ਕੁਛ ਆਹ ਥੋੜ੍ਹਾ ਗਲਤ ਹੋ ਰਿਹਾ, ਚੱਕਰ ਪੈ ਰਿਹਾ ਦੁਨੀਆ ਦੇ ਵਿੱਚ, ਕੋਈ ਵੀ ਬੰਦਾ ਬਿਨਾਂ ਸਿੱਖਿਆ ਦੀਖਿਆ ਦਿੱਤੇ ਤੋਂ ਕਿਸੇ ਨੂੰ ਕੰਮ ਤੇ ਨਹੀਂ ਰੱਖਦਾ। ਇੱਕ ਅਸੀਂ ਆ ਜਿਹੜੇ ਬਿਨਾਂ ਸਿੱਖਿਆ ਦਿੱਤੇ, ਬਿਨਾਂ ਦੀਖਿਆ ਦਿੱਤੇ, ਬਿਨਾਂ ਗੱਲਬਾਤ, ਸਿੱਧਮ ਸਿੱਧਾ ਬੰਦਾ ਪਕੜਿਆ, ਆਓ ਜੀ ਉਹਨੂੰ ਸਿੱਧਾ ਹੀ ਅੰਮ੍ਰਿਤ ਛਕਾਓ। ਸਿਰਫ ਗਿਣਤੀ ਵਧਾਉਣੀ ਕਿ ਮੈਂ ਇੰਨਿਆਂ ਨੂੰ ਅੰਮ੍ਰਿਤ ਛਕਾਤਾ। ਜਿੰਨਾ ਚਿਰ ਉਹ ਬਾਣੀ ਖੁਦ ਨਹੀਂ ਪੜ੍ਹੂਗਾ, ਖੁਦ ਜਾਣੂਗਾ ਨਹੀਂ, ਉਹਨਾਂ ਚਿਰ ਉਹ ਵਿਚਾਰਾ ਭਟਕੂਗਾ। ਇੱਥੇ ਆ ਕੇ ਦੁੱਖ ਦਰਦ ਲੋਕ ਰੋਂਦੇ ਆ ਜੀ, ਇੰਨੇ ਸਾਲ ਹੋ ਗਏ, ਫਲਾਣੇ ਨੇ ਆਹ ਗੱਲ ਕਹੀ ਸੀ, ਅਸੀਂ ਤਾਂ ਉਹਨੂੰ ਮੰਨਦੇ, ਐਂ ਕਹੀ ਜਾਂਦੇ ਆ। ਐਂ ਸਭ ਨੂੰ ਕਹੀਦਾ ਭਾਈ ਬਾਣੀ ਤੁਹਾਡੇ ਕੋਲ, ਅੱਜ ਦਾ ਯੁੱਗ ਤਾਂ ਐਡਾ ਸੌਖਾ, ਫੋਨ ਤੁਹਾਡੇ ਕੋਲ ਆ, ਇਹਦੇ 'ਚ ਬਾਣੀ ਹੈਗੀ ਆ, ਸੁਣੋ। ਕਮ ਸੇ ਕਮ ਇੰਨਾ ਕੁ ਨੇਮ ਬਣਾ ਲਓ ਕਿ ਗੁਰੂ ਗ੍ਰੰਥ ਸਾਹਿਬ ਦਾ ਪਾਠ ਆਪ ਸੁਣਨਾ ਹੈ, ਭਾਵੇਂ ਫੋਨ ਰਾਹੀਂ ਸੁਣ ਲਈਏ। ਕਿੰਨਾ ਕੁਛ ਹੀ ਤੁਹਾਡੇ 'ਚੋਂ ਬਦਲ ਜਾਣਾ। ਇੰਨੀਆਂ ਗੱਲਾਂ ਸਾਫ਼ ਸਮਝ ਆ ਜਾਣੀਆਂ ਕਿ ਆਹ ਗੱਲਾਂ ਦਾ ਤਾਂ ਮੇਲ ਹੀ ਨਹੀਂ ਹੈ। ਜਿਹੜਾ ਕੁਛ ਆਪਾਂ ਤੋਂ ਕਰਾਈ ਜਾਂਦੀ ਹੈ ਦੁਨੀਆ, ਜਾਂ ਆਪਾਂ ਕਰੀ ਜਾਂਦੇ ਹਾਂ, ਮਹਾਰਾਜ ਦਾ ਤਾਂ ਰਾਹ ਹੀ ਹੋਰ ਆ। ਇਹ ਚੀਜ਼ਾਂ ਬਾਣੀ ਨਹੀਂ ਕੱਟਣੀਆਂ, ਬਾਣੀ ਨਹੀਂ ਸਮਝ ਦੇਣੀਆਂ। ਕੋਸ਼ਿਸ਼ ਕਰੀਏ ਬਾਣੀ ਸੁਣੀਏ, ਪੜ੍ਹੀਏ, ਤਾਂ ਕਿ ਸਾਨੂੰ ਉਹ ਰਜਾ, ਉਹ ਪਤਾ ਲੱਗ ਜੇ, ਉਹ ਸਿਸਟਮ ਦਾ ਸਮਝ ਆ ਜੇ। ਮਹਾਰਾਜ ਕਿਰਪਾ ਕਰਨ, ਜੁੜੇ ਰਹੋ। ਸਭ ਤੋਂ ਵਧੀਆ ਚਿੱਤ ਦੇ ਵਿੱਚ ਧਿਆਉਣਾ, ਸਵਾਸ ਤੁਹਾਡੇ ਕੋਲ ਆ। ਪਵਨ ਗੁਰੂ, ਐਵੇਂ ਗੁਰੂ ਨਾਨਕ ਸਾਹਿਬ ਨੇ ਗੁਰੂ ਨਹੀਂ ਕਹਿਤਾ, ਗੱਲ ਨੂੰ ਹਲਕੇ 'ਚ ਨਾ ਲਿਆ ਕਰੋ ਕਿ ਕਹਿਣ ਨੂੰ ਕਹਿਤਾ ਜਾਂ ਲਿਖਣ ਨੂੰ ਲਿਖਤਾ। ਨਹੀਂ, ਨਿਉ ਜੜ ਧਰ ਰਹੇ ਸੀ ਉਸ ਵੇਲੇ, ਐਡੇ ਵੱਡੇ ਸਿਸਟਮ ਦੀ, ਜਿੱਥੋਂ ਲੋਕਾਂ ਨੂੰ ਫ੍ਰੀ ਮਿਲਣਾ ਸੀ ਸਾਰਾ ਕੁਝ, ਉਹਦੀ ਨਿਉ ਜੜ ਧਰ ਰਹੇ ਸੀ ਪਾਤਸ਼ਾਹ।
ਤਾਂ ਹੀ ਤਾਂ ਕੁਛ ਐਸਾ ਵੱਖਰਾ ਦੇ ਰਹੇ ਸੀ ਸੰਸਾਰ ਨੂੰ ਕਿ ਬੰਦਾ ਆਪਣੇ ਆਪ 'ਚ ਹੀ ਸਮਰਪਿਤ ਹੋ ਜਾਂਦਾ ਕਰਤੇ ਪੁਰਖ ਨੂੰ। ਤੇ ਮਹਾਰਾਜ ਨੇ ਕਿਰਪਾ ਕੀਤੀ ਹੈ, ਇਹਨੂੰ ਜਾਣੀਏ ਅਸੀਂ। ਆਓ ਰਹਿਮਤ ਕਰਨ ਗੁਰੂ ਨਾਨਕ ਸਾਹਿਬ ਮਹਾਰਾਜ। ਆਉਣ ਵਾਲੇ ਦਿਨਾਂ 'ਚ ਸੇਵਾ ਸ਼ੁਰੂ ਹੋ ਰਹੀ ਹੈ, ਵੈਸੇ ਸੇਵਾ ਚੱਲ ਹੀ ਰਹੀ ਹੈ ਥੋੜ੍ਹਾ ਥੋੜ੍ਹਾ ਜਿੰਨੇ ਕਿ ਆਪਾਂ ਕਾਰਜ ਕਰਦੇ ਹਾਂ। ਜਿਹੜਾ ਵੱਡਾ ਹੰਭਲਾ ਮਾਰਨਾ ਜਿਹਦੇ ਨਾਲ ਲੱਖਾਂ ਦੇ ਹੋਣ ਵਾਲੇ ਕੰਮ ਆ ਜਿਹੜੇ, ਉਹ ਆਪਾਂ ਸ਼ੁਰੂ ਕਰਦੇ ਹਾਂ। ਦਿਓ ਸਹਿਯੋਗ, ਦਿਓ ਸਾਥ। ਕਟਾਨ ਕੋਟ ਧੰਨਵਾਦ ਆ, ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।